ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨੂਰ, ਤੁਹਾਡਾ ਸਾਰਿਆਂ ਦਾ ਨੂਰ, ਜ਼ੋਰਾਵਰ ਸਿੰਘ, ਲੋਕ ਰੰਗ ਨੂਰ ਆਰਟ ਤੋਂ। ਅਸੀਂ ਅੱਜ ਮੈਨੂੰ ਸਕੂਲ ਤੋਂ ਛੁੱਟੀ ਸੀ ਤੇ ਮੈਂ ਸੋਚਿਆ ਕਿ ਜੋ ਸਾਡੀ ਆਰਟਿਸਟਾਂ ਦੇ ਵਲੌਗਸ ਬਣਾਉਣ ਦੀ ਲੜੀ ਸੀ, ਉਹ ਪਿੱਛੇ ਸਾਡਾ ਕੰਮ ਸ਼ੁਰੂ ਹੋਣ ਦੀ ਵਜ੍ਹਾ ਕਰਕੇ ਟੁੱਟ ਗਈ ਸੀ। ਸਿਰਫ 2 ਆਰਟਿਸਟਾਂ ਦੇ ਵਲੌਗ ਬਣਾ ਸਕੇ ਹਾਂ। ਉਸ ਤੋਂ ਬਾਅਦ ਬਹੁਤ ਬਿਜ਼ੀ ਹੋ ਗਏ ਕਿਉਂਕਿ ਲੋਕਡਾਊਨ ਖੁੱਲ੍ਹ ਗਿਆ ਸੀ। ਸਾਰੇ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਦੁਬਾਰਾ ਸ਼ੁਰੂ ਹੋ ਗਏ ਸੀ ਤੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਸੀ। ਪਰ ਹੁਣ ਕੰਮ ਥੋੜ੍ਹਾ ਫੇਰ ਘਟ ਗਿਆ ਹੈ, ਟਾਵਾਂ ਕੰਮ ਰਹਿ ਗਿਆ ਤੇ ਅੱਜ ਮੈਨੂੰ ਸਕੂਲ ਤੋਂ ਛੁੱਟੀ ਸੀ, ਜਿਹਦੀ ਵਜ੍ਹਾ ਕਰਕੇ ਮੈਂ ਸੋਚਿਆ ਕਿ ਅੱਜ ਕਿਉਂ ਨਾ ਇੱਕ ਹੋਰ ਆਰਟਿਸਟ ਦੇ ਘਰ ਜਾਈਏ, ਉਹਦੇ ਨਾਲ ਹੱਸੀਏ ਖੇਡੀਏ, ਉਹਦੇ ਨਾਲ ਗੱਲਾਂ ਕਰੀਏ। ਤੇ ਅੱਜ ਤੁਸੀਂ ਸਾਡੇ ਨਾਲ ਜੁੜੇ ਰਹੋ। ਅਸੀਂ ਹੁਣ ਸਾਰਾ ਘਰ ਦਾ ਕੰਮਕਾਰ ਨਿਬੇੜ ਕੇ, ਕਿਉਂਕਿ ਜਿਸ ਤਰ੍ਹਾਂ ਪਹਿਲਾ ਵਲੌਗ ਬਿੰਦਰ ਬੇਬੇ ਮਟੋੜਾ ਦਾ ਬਣਾਇਆ ਸੀ, ਉਦੋਂ ਮੈਂ ਉੱਥੇ ਇਕੱਲਾ ਹੀ ਗਿਆ ਸੀ। ਤੇ ਜਦੋਂ ਦੂਸਰਾ ਵਲੌਗ ਅਸੀਂ ਬਣਾਇਆ ਲਾਡੀ ਰਾਧੇ ਦਾ ਲਾਡੀ ਧਨੌਲਾ, ਤੇ ਉਦੋਂ ਮੇਰੇ ਨਾਲ ਬਿੰਦਰ ਬੇਬੇ ਨੇ ਜੁਆਇਨ ਕੀਤਾ ਸੀ। ਤੇ ਅੱਜ ਤੀਸਰਾ ਵਲੌਗ ਅਸੀਂ ਤੀਸਰੇ ਆਰਟਿਸਟ ਦਾ ਬਣਾਉਣ ਜਾ ਰਹੇ ਹਾਂ। ਤੇ ਅੱਜ ਮੇਰੇ ਨਾਲ ਦੇਖੋ ਜਿਹੜਾ ਆਰਟਿਸਟ ਮੈਨੂੰ ਜੁਆਇਨ ਕਰੂਗਾ, ਕਿਉਂਕਿ 2-3 ਜਣੇ, ਵੈਸੇ ਤਾਂ ਬੇਬੇ ਨੂੰ ਵੀ ਸੱਦਾ ਦਿੱਤਾ ਸੀ ਪਰ ਉਹ ਅੱਜ ਬਿਜ਼ੀ ਸੀ। ਮੈਨੂੰ ਇਹ ਸੀਗਾ ਕਿ ਅਸੀਂ ਬੇਬੇ ਤੇ ਲਾਡੀ ਤੇ ਮੈਂ, ਅਸੀਂ ਤਿੰਨੇ ਜਾਈਏ ਤੇ ਚੌਥਾ ਉਹ ਆਰਟਿਸਟ ਹੋਊਗਾ ਤੇ ਅਸੀਂ ਹੱਸਾਂਗੇ ਖੇਡਾਂਗੇ, ਇੰਜੋਏ ਕਰਾਂਗੇ, ਉਹਦੇ ਘਰ ਦੀਆਂ ਗੱਲਾਂ, ਉਹਦੀ ਫੈਮਿਲੀ ਦੀਆਂ ਗੱਲਾਂ, ਉਹਦੇ ਬੱਚਿਆਂ ਨਾਲ ਗੱਲਾਂ ਕਰਾਂਗੇ। ਕਿਹੜਾ ਏਰੀਆ ਅੱਜ ਤੁਹਾਨੂੰ ਦੱਸਦੇ ਆ। ਮੇਰੇ ਨਾਲ ਜਾ ਰਿਹਾ ਲਾਡੀ ਆ ਜਾ ਬਈ। ਸਤਿ ਸ਼੍ਰੀ ਅਕਾਲ ਜੀ। ਇਹ ਅੱਜ ਅਸੀਂ ਜਾਵਾਂਗੇ 2 ਜਣੇ। ਪਹਿਲਾਂ ਸਾਡੇ ਸ਼ਡਿਊਲ ਸੀਗਾ ਕਿ ਮੇਰਾ ਮੁੰਡਾ ਸੰਦੀਪ ਹੈ, ਮੇਰਾ ਹੈਲਪਰ ਦੇ ਤੌਰ 'ਤੇ ਕੰਮ ਕਰਦਾ, ਮੇਰੇ ਘਰੇ ਹੀ ਰਹਿੰਦਾ ਮੇਰੇ ਨਾਲ। ਉਹਨੂੰ ਵੀ ਲਿਜਾਣ ਦਾ ਵਿਚਾਰ ਸੀ ਪਰ ਫਿਰ ਉਹ ਕਹਿੰਦਾ ਵੀ ਮੈਂ ਘਰੇ ਹੀ ਰਹਿਣਾ। ਤੇ ਹੁਣ ਅਸੀਂ ਚੱਲੇ ਹਾਂ, ਦੇਖਦੇ ਹਾਂ ਅੱਜ ਤੁਹਾਨੂੰ ਕਿਹੜੇ ਆਰਟਿਸਟ ਨਾਲ ਮਿਲਾਉਂਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਰਹੋ, ਲੋਕ ਰੰਗ ਨੂਰ ਆਰਟ ਨਾਲ ਜੁੜੇ ਰਹੋ। ਤੇ ਜਦੋਂ ਹੀ ਤੁਸੀਂ ਲੋਕ ਰੰਗ ਨੂਰ ਆਰਟ ਦਾ ਚੈਨਲ YouTube 'ਤੇ ਦੇਖਦੇ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਵੀ ਦੱਬ ਲਿਓ, ਤਾਂ ਕਿ ਤੁਹਾਨੂੰ ਹੁਣ ਫੰਕਸ਼ਨਸ ਘਟ ਗਏ ਨੇ ਤੇ ਹੁਣ ਅਸੀਂ ਤੁਹਾਨੂੰ ਆਪਣੇ ਗਿੱਧੇ ਤੋਂ ਬਿਨਾਂ ਹੋਰ ਪੰਜਾਬ ਦੀ ਹਰ ਮਿੱਟੀ ਦੇ ਕਿਣਕੇ ਤੋਂ ਲੈ ਕੇ, ਹਵਾ ਦੇ ਸਾਹ ਤੋਂ ਲੈ ਕੇ, ਧੁੱਪਾਂ ਦੀਆਂ ਚਮਕਾਂ ਤੋਂ ਲੈ ਕੇ, ਕਣਕਾਂ ਦੀਆਂ ਲਾਲੀਆਂ ਤੋਂ ਲੈ ਕੇ, ਪੌਣਾਂ ਦੇ ਵਗਣ ਤੋਂ ਲੈ ਕੇ, ਪਾਣੀਆਂ ਦੇ ਸਰਕਣ ਕਲਕਲ ਕਰਨ ਤੋਂ ਲੈ ਕੇ, ਗੀਤਾਂ ਦੇ ਤਰੰਨਮਾਂ ਤੋਂ ਲੈ ਕੇ, ਬੋਲੀਆਂ ਸਿੱਠਣੀਆਂ, ਝਗੜੇ ਝੇੜਿਆਂ, ਬਿਰਹੜੇ ਵਿਹੜਿਆਂ, ਘੋੜੀਆਂ ਸੁਹਾਗਾਂ ਤੋਂ ਲੈ ਕੇ ਤੇ ਇੱਥੋਂ ਤੱਕ ਵੀ ਤੁਹਾਨੂੰ ਅਸੀਂ ਉਹਨਾਂ ਚੀਜ਼ਾਂ ਨਾਲ ਵੀ ਆਤਮਸਾਤ ਕਰਾਵਾਂਗੇ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਹਰ ਕਿਸਮ ਦੀਆਂ ਰਸਮਾਂ ਅਸੀਂ ਇਨ ਓਰੀਜਨਲ ਜਾ ਕੇ, ਕਿਉਂਕਿ ਜੋ ਅਸੀਂ ਪਰਫਾਰਮੈਂਸਿਸ ਕਰਦੇ ਹਾਂ ਹੈ ਤਾਂ ਉਹ ਵੀ ਇਨ ਓਰੀਜਨਲ, ਪਰ ਉਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਗਲੈਮਰਾਈਜ਼ ਕਰ ਲੈਂਦੇ ਹਾਂ ਤਾਂ ਕਿ ਲੋਕਾਂ ਨੂੰ, ਚਾਹੁਣ ਵਾਲਿਆਂ ਨੂੰ ਸੋਹਣੀਆਂ ਲੱਗਣ। ਪਰ ਜਦੋਂ ਇਨ ਓਰੀਜਨਲ ਜਾ ਕੇ ਤੁਹਾਨੂੰ ਉਹ ਚੀਜ਼ਾਂ ਜਿਸ ਤਰ੍ਹਾਂ ਦਿਖਾਵਾਂਗੇ, ਕਿਸ ਤਰ੍ਹਾਂ ਬੈਠ ਕੇ ਗੀਤ ਗਾਏ ਜਾਂਦੇ ਨੇ, ਕਿਹੜੇ ਏਰੀਏ ਦੇ ਵਿੱਚ ਗੀਤ ਗਾਏ ਜਾਂਦੇ ਨੇ। ਔਰ ਇੱਕ ਹੋਰ ਵੀ ਗੱਲ ਹੈ ਕਿ ਮੈਂ ਜੌਬ ਦੇ ਨਾਲ ਐਡਮਿਸ਼ਨ ਵੀ ਲੈ ਲਈ ਹੈ ਯੂਨੀਵਰਸਿਟੀ ਦੇ ਵਿੱਚ। ਉਹ ਤੁਹਾਨੂੰ ਫੇਰ ਦੱਸਾਂਗੇ, ਉਹਦਾ ਸਪੈਸ਼ਲ ਵਲੌਗ ਬਣਾਵਾਂਗੇ ਕਿ ਕਿਹੜੀ ਯੂਨੀਵਰਸਿਟੀ 'ਚ ਮੈਂ ਕਿਹੜੇ ਕੋਰਸ ਜਾਂ ਕਿਹੜੀ ਕਲਾਸ ਦੇ ਵਿੱਚ ਮੈਂ ਐਡਮਿਸ਼ਨ ਲਈ ਹੈ। ਤੇ ਉਹ ਐਡਮਿਸ਼ਨ ਇਸ ਕਰਕੇ ਲਈ ਹੈ ਤਾਂ ਕਿ ਮੈਂ ਫੋਕਲੋਰ ਦੇ ਉੱਤੇ ਹੋਰ ਬਹੁਤ ਜ਼ਿਆਦਾ ਕੰਮ ਕਰ ਸਕਾਂ। ਚਲੋ ਆਪਾਂ ਮਿਲਦੇ ਹਾਂ, ਦੇਖਦੇ ਹਾਂ। ਹੌਲੀ ਅਸੀਂ ਗੱਡੀ ਸਟਾਰਟ ਕਰਦੇ ਹਾਂ, ਦੇਖਦੇ ਹਾਂ ਅਸੀਂ ਹੁਣ ਕਿਹਦੇ ਘਰ ਜਾਵਾਂਗੇ, ਕਿਹੜੇ ਆਰਟਿਸਟ ਨੂੰ ਅੱਜ ਤੁਹਾਡੇ ਨਾਲ ਮਿਲਾਵਾਂਗੇ। ਚਲੋ ਲਾਡੀ ਚੱਲਦੇ ਹਾਂ। ਸਾਨੂੰ 1.5 ਘੰਟਾ ਲੱਗ ਜਾਏਗਾ ਉਹਦੇ ਘਰ ਤੇ ਅਸੀਂ ਪਾਰ ਜਾਣਾ। ਚਲੋ ਮਿਲਦੇ ਹਾਂ ਜੀ। ਸੰਦੀਪ ਪੁੱਤ ਲਾਓ ਮੁੰਡਾ। ਚਲੋ ਜੀ ਚੱਲਦੇ ਹਾਂ। ਧੁੱਪ, ਹਵਾ ਵੀ ਚੱਲਦੀ ਹੈ, ਧੁੱਪ ਵੀ ਚੜੀ ਹੋਈ ਹੈ। ਜੇ ਹਵਾ ਰੁਕ ਗਈ ਤਾਂ ਇਸੇ ਧੁੱਪ ਨੇ ਕੀੜੇ ਕੱਢ ਦੇਣੇ ਨੇ। ਤੇ ਚੱਲੇ ਹਾਂ ਜੀ ਅਸੀਂ ਲੈ ਕੇ ਵਾਹਿਗੁਰੂ ਦਾ ਨਾਮ, ਸੱਚੇ ਪਾਤਸ਼ਾਹ ਦਾ। ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਢੀਲੋਂ ਵਾਲੀ ਨਹਿਰ ਵੀ ਅਸੀਂ ਕਹਿੰਦੇ ਹੁੰਦੇ ਤੇ ਛੋਟੇ ਹੁੰਦੇ। ਗੜੀ ਦਾ ਪੁਲ ਅਸੀਂ ਪਾਰ ਕਰ ਰਹੇ ਹਾਂ। ਆ ਦੇਖੋ ਪਰਲੇ ਪਾਸੇ ਅੰਗਰੇਜ਼ਾਂ ਦੇ ਵੇਲੇ ਦਾ ਪੁਲ ਬਣਿਆ ਹੋਇਆ ਡਾਟਾਂ ਵਾਲਾ, ਤੇ ਅਸੀਂ ਦੂਸਰਾ ਜਿਹੜਾ ਹੁਣ ਪੁਲ ਬਣਿਆ ਹੋਇਆ ਨਵਾਂ, ਉਹਦੇ ਉੱਤੇ ਦੀ
ਜਾ ਰਹੇ ਹਾਂ। ਟਾਈਮ ਲੱਗੂਗਾ ਮਾਛੀਵਾੜਾ ਸਾਹਿਬ ਤੋਂ ਬਾਅਦ ਰਾਹੋਂ ਪਹਿਲਾਂ ਘਮਾਣੇ ਤੋਂ ਸਤਲੁਜ ਦਰਿਆ ਨੂੰ ਪਾਰ ਕਰਨਾ ਹੈ ਅਸੀਂ, ਤੇ ਫਿਰ ਰਾਹੋਂ, ਫਿਰ ਨਵਾਂ ਸ਼ਹਿਰ ਤੋਂ ਅੱਗੇ ਬੰਗਿਆਂ ਵਾ ਨਦੀ ਦਾ ਗੇਟ ਸ੍ਰੀ ਮਾਛੀਵਾੜਾ ਸਾਹਿਬ। ਇੱਧਰੋਂ ਚਰਨ ਕਮਲ ਸਾਹਿਬ ਗੁਰਦੁਆਰੇ ਦਾ ਰਸਤਾ ਜਾਂਦਾ ਜੀ। ਇਹ ਗੇਟ ਬਹੁਤ ਮਸ਼ਹੂਰ ਨੇ ਮਾਛੀਵਾੜਾ ਸਾਹਿਬ ਦੇ ਪਹਿਲਾਂ ਤੋਂ ਹੀ, ਤੇ ਉਹ ਅਸੀਂ ਕ੍ਰਾਸ ਕਰ ਲਏ। ਇਹ ਸ਼ਹਿਰ ਦੇ ਵਿਚਾਲੇ ਨੇ ਗੇਟ। ਇੱਥੋਂ ਸਿੱਧਾ ਰਸਤਾ ਚਰਨ ਕਮਲ ਸਾਹਿਬ ਗੁਰਦੁਆਰੇ ਨੂੰ ਜਾਂਦਾ ਤੇ ਅਸੀਂ ਆਹ ਗੋਲ ਚੌਂਕ 'ਚ ਆ ਗਏ ਹਾਂ। ਇਸ ਦਾ ਨਾਮ ਖਾਲਸਾ ਚੌਂਕ ਸ੍ਰੀ ਮਾਛੀਵਾੜਾ ਸਾਹਿਬ ਤੋਂ ਜੀ। ਤੇ ਪੁੱਜ ਗਏ ਹਾਂ ਅਸੀਂ ਖਟਕੜ ਕਲਾਂ। ਸ਼ਹੀਦ ਭਗਤ ਸਿੰਘ ਜੀ ਦਾ ਪਿੰਡ ਹੈ। ਅੱਗੇ ਉਹਨਾਂ ਦਾ ਮੈਮੋਰੀਅਲ ਬਣਿਆ ਹੋਊਗਾ, ਉੱਥੇ ਰੁਕਦੇ ਹਾਂ। ਇਹ ਹਾਈਵੇ ਨਿਕਲ ਗਿਆ ਸਿੱਧਾ ਫਗਵਾੜੇ। ਬਸ ਥੋੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਮੈਮੋਰੀਅਲ ਐਂਡ ਮਿਊਜ਼ੀਅਮ ਇਹ ਅੱਜ ਬਣਿਆ ਹੋਇਆ ਇੱਧਰ। ਅਸੀਂ ਰੋਡ ਦੇ ਉੱਤੇ ਆ, ਇੱਥੇ ਵਿਜ਼ਿਟ ਕਰਾਂਗੇ। ਇਹ ਦੇਖੋ ਜੀ, ਸਲੂਟ ਹੈ ਭਗਤ ਸਿੰਘ ਸ਼ਹੀਦ ਆਜ਼ਮ ਦਾ ਬੁੱਤ ਲੱਗਿਆ ਹੋਇਆ ਤੇ ਇੱਕ ਕੰਮ ਚੱਲ ਰਿਹਾ ਇੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ। ਅੰਦਰ ਉਹਨਾਂ ਦੀਆਂ ਯਾਦਾਂ ਨਾਲ ਸੰਬੰਧਿਤ ਚੀਜ਼ਾਂ ਵੀ ਰੱਖੀਆਂ ਹੋਣਗੀਆਂ। ਪਿਛਲੇ ਪਾਸੇ ਪਿੰਡ ਹੈ ਖਟਕੜ ਕਲਾਂ, ਬਹੁਤ ਵੱਡਾ ਪਿੰਡ ਹੈ ਇਹ। ਪੁੱਜ ਗਏ ਹਾਂ ਜੀ ਅਸੀਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰ। ਸਿਵਲ ਪਸ਼ੂ ਹਸਪਤਾਲ ਗੋਬਿੰਦਪੁਰ ਆ ਗਿਆ ਜੀ, ਸ਼ਹੀਦ ਭਗਤ ਸਿੰਘ ਨਗਰ। ਤੇ ਇਹ ਸਾਡੇ ਉਸ ਆਰਟਿਸਟ ਦਾ ਪਿੰਡ ਹੈ ਜਿਹਨੂੰ ਅੱਜ ਅਸੀਂ ਮਿਲਣ ਜਾ ਰਹੇ ਹਾਂ। ਹਾਂ ਭਾਈ ਫੋਨ ਚੱਕੋ, ਕਿੱਧਰ ਨੂੰ ਆਉਣਾ? ਅਸੀਂ ਆ ਇੱਥੇ ਗੇਟ ਕੋਲ ਆ ਗਏ। ਗੇਟ ਦੇ ਅੰਦਰ ਵੜ ਜਾਓ। ਇਹ ਇੱਕ ਮਿੰਟ, ਅਸੀਂ ਗੇਟ ਦੇ ਅੰਦਰ ਵੜ ਗਏ ਹਾਂ ਜੀ। ਗੇਟ ਦੇ ਅੰਦਰ ਵੜ ਕੇ ਸਿੱਧੇ ਆ ਜਾਓ। ਵੱਡਾ ਗੇਟ ਹੈ ਜੀ, ਅਸੀਂ ਗੇਟ 'ਚ ਐਂਟਰ ਹੋ ਗਏ ਹਾਂ। ਹਾਂਜੀ, ਤੇ ਅਸੀਂ ਹੁਣ ਸਿੱਧੇ ਆ ਖੱਬੇ ਪਾਸੇ ਮੇਰੇ ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦਪੁਰ ਬਲਾਕ ਬੰਗਾ ਸ਼ਹੀਦ ਭਗਤ ਸਿੰਘ ਜੀ। ਅਸੀਂ ਪਹੁੰਚ ਗਏ ਹਾਂ ਪਿੰਡ ਗੋਬਿੰਦਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ। ਤੇ ਅੱਜ ਅਸੀਂ ਜਿਹੜੇ ਆਪਣੇ ਆਰਟਿਸਟ ਦੇ ਘਰ ਆਏ ਆ, ਉਹਦਾ ਨਾਮ ਹੈਗਾ ਸਾਡਾ, ਜੋ ਅਸੀਂ ਉਹਨੂੰ ਕਹਿੰਦੇ ਆ, ਉਹਦਾ ਨਾਮ ਜੀਤੀ। ਕਈ ਵਾਰੀ ਉਹਨੂੰ ਜੀਤੋ ਵੀ ਕਹਿ ਦਿੰਦੇ ਆ ਅਸੀਂ। ਤੇ ਇਹ ਉਹਦਾ ਪਿੰਡ ਹੈ। ਹੁਣ ਅਸੀਂ ਉਹਦੇ ਘਰ ਨੂੰ ਜਾ ਰਹੇ ਹਾਂ। ਪੀਹੀਆਂ ਦੇ ਵਿੱਚੋਂ ਲੰਘ ਕੇ ਗੱਡੀ ਜਿੱਥੇ ਤੱਕ ਸਾਡੀ ਆਉਣੀ ਸੀ ਉੱਥੇ ਤੱਕ ਆ ਗਈ ਹੈ। ਤੇ ਅੱਗੇ ਉਧਰ ਮਾਰ ਉਧਰ। ਲਓ ਜੀ, ਜੀਤੀ ਦੇ ਘਰੇ ਪੁੱਜ ਗਏ ਹਾਂ ਅਸੀਂ। ਲਓ ਜੀ, ਤੇਲ ਚੋਣ ਦੀ ਰਸਮ ਹੋ ਰਹੀ ਹੈ। ਜੀਤੀ ਦੇ ਬੱਚੇ ਤੇ ਜੀਤੀ ਦੀ ਮੰਮੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ ਜੀ? ਮੰਮੀ ਕੀ ਕਰੋ? ਲੈ ਲਓ। ਲੈ ਹਾਂਜੀ, ਤੁਸੀਂ ਵੀ ਖਾ ਲਓ ਸਾਰੇ ਜਣੇ। ਆ ਜਾਓ ਪੁੱਤ। ਹਾਂ, ਤੂੰ ਲੁੱਕ ਗਈ। ਆ ਲਓ। ਆ ਲਓ, ਸਤਿ ਸ਼੍ਰੀ ਅਕਾਲ। ਆ ਜਾ ਪੁੱਤ। ਗੁਰਜੀਤ ਬੰਗਾ। ਹਾਂਜੀ, ਜੀਤੀ। ਹਾਂਜੀ। ਜੀਤੋ ਵੀ ਕਹਿੰਦੇ ਆ। ਇਹ ਸਾਡੇ ਗਰੁੱਪ ਦਾ ਮੇਨ ਆਰਟਿਸਟ ਹੈ, ਬਹੁਤ ਚਿਰ ਤੋਂ ਮੇਰੇ ਨਾਲ ਜੁੜਿਆ ਹੋਇਆ। ਅੱਜ ਇਹਦੇ ਘਰ ਆਏ ਆ, ਕਰਦੇ ਆ ਗੱਲਾਂ, ਕਰਦੇ ਆ ਇੰਜੋਏ, ਦੇਖਦੇ ਆ। ਇਹ ਮੇਰੀ ਵਾਈਫ। ਸਤਿ ਸ਼੍ਰੀ ਅਕਾਲ। ਇਹ ਇਹਨਾਂ ਦੀ ਘਰ ਵਾਲੀ ਆ। ਮੈਂ ਤਾਂ ਤੁਹਾਡੇ ਨਾਲ ਨਹੀਂ ਚਾਹੁੰਦਾ। ਅੱਜ ਲਾਡੀ ਤੁਸੀਂ ਵੀ ਆ ਲਓ ਜੀ, ਪਹਿਲਾਂ ਤਾਂ ਸਾਡੇ ਨਿਆਣੇ ਬਣੇ ਹੈ ਨਾ। ਤੇ ਆਓ ਜੀ,
ਤੁਹਾਡਾ ਘਰ ਚੱਲੀਏ। ਇਹ ਗੁਰਜੀਤ ਬੰਗਾ, ਮੈਨੂੰ ਵੀ ਇਹਦਾ ਪੱਕਾ ਨਾਮ ਤਾਂ ਪਤਾ ਲੱਗਿਆ, ਮੈਂ ਇਹਦੀ ਫੇਸਬੁੱਕ ਆਈਡੀ ਦੇਖਦਾ, ਮੈਂ ਕਿਹਾ ਵੀ ਇਹ ਗੁਰਜੀਤ ਬੰਗਾ ਕਿਹੜਾ ਮੇਰੇ ਨਾਲ ਐਡ ਹੋ ਗਿਆ। ਜਦ ਫੋਟੋਆਂ ਦੇਖੀਆਂ ਤੇ ਜੀਤੀ ਗੋਬਿੰਦਪੁਰਾ ਤੇ ਹੁਣ ਆਪਾਂ ਇਹਨਾਂ ਦੀ ਸਾਰੀ ਫੈਮਿਲੀ। ਗੁਰਜੀਤ ਸਾਡਾ ਮੇਨ ਆਰਟਿਸਟ ਹੈ, ਬਹੁਤ ਦੇਰ ਤੋਂ ਜੁੜਿਆ ਹੋਇਆ। ਇਹਦਾ ਛੋਟਾ ਬੇਟਾ ਮੇਰਾ, ਛੋਟਾ ਬੇਟਾ ਕੀ ਨਾਮ ਆ ਪੁੱਤ ਤੇਰਾ? ਤਰਨਪ੍ਰੀਤ। ਇਹ ਗੁੜੀਆ ਗੁਰਲੀਨ ਹੈ ਨਾ, ਇਹ ਕਿੰਨਵੇਂ ਨੰਬਰ ਦੀ ਹੈ? ਇਹ ਦੂਸਰੇ ਨੰਬਰ ਦੀ ਗੁਰਲੀਨ। ਇਹ ਮਦਰ ਨੇ, ਮੰਮੀ ਜੀ ਨੇ ਇਹਦੇ ਗੁਰਜੀਤ ਦੇ, ਤੇ ਭਰਜਾਈ ਸਾਡੀ ਹਲੇ ਅੰਦਰ ਰਸੋਈ 'ਚ ਵੜ ਗਈ ਹਨਾ, ਪਤਾ ਨਹੀਂ, ਅਸੀਂ ਤਾਂ ਕਿਹਾ ਵੀ ਕੁਛ ਨਾ ਕਰਿਓ, ਤੇ ਫਿਰ ਵੀ ਚਾਹ ਤਾਂ ਪੀਣੀ ਪੈਣੀ ਹੈ ਨਾ। ਤੇ ਇੱਕ ਛੋਟੀ ਗੁੜੀਆ ਪਈ ਹੈ ਉੱਥੇ ਬੈਠ ਕੇ ਲਿਓ ਚਾਹ ਜੀ। ਇਹ ਬੱਚੇ ਇਹ ਤਾਂ ਹਲੇ ਛੋਟਾ ਹੈ ਨਾ, ਇਹ ਪੜ੍ਹਦੀ ਹੈ ਕਿ ਇਹ ਦੂਸਰੀ 'ਚ ਹੋ ਗਈ, ਉਹ ਚੌਥੀ 'ਚ ਹੋ ਗਿਆ। ਅੱਛਾ। ਮੈਂ ਇਹਨਾਂ ਦਾ ਪ੍ਰਾਇਮਰੀ ਸਕੂਲ ਵੀ ਦੇਖ ਕੇ ਆਇਆ, ਬਹੁਤ ਸੋਹਣਾ ਬਣਿਆ ਹੋਇਆ ਪਿੰਡ ਦਾ ਪ੍ਰਾਇਮਰੀ ਸਕੂਲ। ਫੁੱਲ ਖਿੜੇ ਹੋਏ ਨੇ, ਕਿਉਂਕਿ ਮੈਂ ਵੀ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਜਿਹੜੇ ਮਹਿਕਮੇ ਦੇ ਵਿੱਚ ਬੰਦਾ ਕੰਮ ਕਰਦਾ, ਉਹ ਮਹਿਕਮੇ ਵਾਲਾ ਜੇ ਹੁਣ ਬਿਜਲੀ ਵਾਲੇ ਹੁੰਦੇ ਨੇ, ਉਹ ਦੂਏ ਇਲਾਕੇ 'ਚ ਜਾ ਕੇ ਖੰਭੇ ਦੇਖਣ ਲੱਗ ਜਾਂਦੇ ਵੀ ਕਿਵੇਂ ਲੱਗੇ ਹੋਏ ਨੇ ਹਨ। ਤੇ ਮੈਨੂੰ ਰਸਤੇ 'ਚ ਪ੍ਰਾਇਮਰੀ ਸਕੂਲ ਆਇਆ, ਮੈਂ ਗੱਡੀ ਖੜਾ ਕੇ ਸਪੈਸ਼ਲ ਦੇਖਿਆ ਵੀ ਕਿੱਡਾ ਸੋਹਣਾ ਪ੍ਰਾਇਮਰੀ ਸਕੂਲ ਬਣਿਆ ਹੋਇਆ। ਲਾਡੀ ਬੈਠਾ, ਲਾਡੀ ਨੂੰ ਆਪਣਾ ਉਹ ਟਾਈਮ ਯਾਦ ਆ ਗਿਆ ਹੁਣ ਜਦੋਂ ਅਸੀਂ ਹਨਾ ਲਾਡੀ ਦੇ ਘਰ ਗਏ ਹੋਏ ਸੀਗੇ ਹਨਾ। ਤੇ ਜਦੋਂ ਮੈਂ ਕੱਲ ਇਹਨੂੰ ਜੀਤੀ ਨੂੰ ਫੋਨ ਕੀਤਾ, ਪਹਿਲਾਂ ਤਾਂ ਜੀਤੀ ਨੂੰ ਇੱਕਦਮ ਅਚੰਭਾ ਲੱਗਿਆ ਵੀ ਹਾਏ ਮੈਂ ਕੀ ਬੋਲੂੰਗਾ, ਮੈਂ ਕੀ ਕਹੂੰਗਾ। ਮੈਂ ਕਿਹਾ ਬੋਲਣਾ ਕੀ, ਆਪਾਂ ਹੱਸਣਾ ਖੇਡਣਾ ਇੰਜੋਏ ਕਰਨਾ, ਚਾਹ ਪੀਵਾਂਗੇ, ਅਸੀਂ ਤੈਨੂੰ ਮਿਲ ਜਾਾਂਗੇ, ਬਸ ਇੰਨਾ ਹੀ ਹੈ। ਮੁੰਡਾ ਵੀ ਹਲੇ ਵੀ ਲੁਕਦਾ। ਆ ਜਾ ਪੁੱਤ ਓਏ, ਦਿਲਪ੍ਰੀਤ ਆ ਜਾ ਬੱਚਾ। ਇਹ ਸਰ ਜੀ ਨੇ ਹੁਣ ਇਹਨਾਂ ਨੇ ਪੜਾਇਆ ਕਰਨਾ। ਹਾਂ ਮੈਂ ਤੇਰੇ ਪਿੰਡ ਬਦਲੀ ਕਰਾ ਲੈਣੀ ਹੈ ਹਨਾ। ਤੇ ਆ ਜਾ ਮੇਰਾ ਪੁੱਤ, ਆ ਜਾ ਆ ਜਾ ਇਹ ਮੇਰਾ ਬੜਾ ਮੁੰਡਾ ਆ। ਹਾਂ ਇਹ ਬੜਾ ਮੁੰਡਾ ਭਾਈ, ਇਹਦਾ ਨਾਮ ਕੀ ਹੈ? ਇਹ ਦਿਲਪ੍ਰੀਤ, ਉਹਦਾ ਨਾਮ ਸੰਦੀਪ ਹੈ। ਦਿਲਪ੍ਰੀਤ ਸਾਡੀ ਠੀਕ। ਚੌਥੀ ਕਲਾਸ ਪੜ੍ਹਦਾ ਹੈ। ਅੱਛਾ ਪੜ੍ਹਦਾ ਵੀ ਹੈ ਆਨਲਾਈਨ ਹੈ, ਫੋਨ ਤੇ, ਡੈਡੀ ਦੇ ਫੋਨ ਤੇ ਹਨਾ। ਚਲੋ ਹੁਣ ਚਾਹ ਪੀਓ। ਕਿੰਨਾ ਚਿਰ ਹੋ ਗਿਆ ਆਪਾਂ ਨੂੰ ਜੁੜਿਆ ਨੂੰ, ਤੈਨੂੰ ਕੁਝ ਯਾਦ ਹੈ? ਤਕਰੀਬਨ ਮੈਨੂੰ ਕਾਫੀ ਸਮੇਂ ਹੋ ਗਿਆ, ਤਕਰੀਬਨ ਸਾਡਾ 7 ਸਾਲ ਤਾਂ ਹੋ ਗਏ, 7-8 ਸਾਲ ਹੋ ਗਏ ਸਾਡਾ ਵੈਲਕਮ ਫਾਊਂਡੇਸ਼ਨ ਬੰਦ ਹੋਈ। ਉੱਥੋਂ ਅਸੀਂ ਪਹਿਲਾਂ ਵੀ ਜੁੜੇ ਹੋਏ ਹਾਂ। ਹਾਂਜੀ ਜੀਤੀ, ਛੋਟੇ ਹੁੰਦਿਆਂ ਤੋਂ ਕਿੰਨੀ ਪੜ੍ਹਾਈ ਕੀਤੀ ਹੈ ਪਹਿਲਾਂ ਤਾਂ ਇਹ ਦੱਸੋ। ਮੈਂ +2 ਤੱਕ ਪੜ੍ਹਾਈ ਕੀਤੀ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਡੇ ਗੋਬਿੰਦਪੁਰ ਦੇ ਉੱਥੇ ਪੜ੍ਹਿਆ ਹੋਇਆ ਹਾਂ। ਇੱਥੇ ਪਿੰਡ 'ਚ ਸੀਨੀਅਰ ਸੈਕੰਡਰੀ ਸਕੂਲ ਹੈਗਾ? ਹਾਂਜੀ ਪਿੰਡ ਸਰਕਾਰੀ ਸਕੂਲ ਹੈ। ਪਿੰਡੇ ਬਹੁਤ ਸੋਹਣਾ ਲੱਗਿਆ ਮੈਨੂੰ ਤਾਂ, ਬੜਾ ਸਾਫ ਸੁਥਰੀਆਂ ਉਸ ਗਲੀਆਂ। ਤੋਂ ਜਦੋਂ ਮੈਂ ਪੜ੍ਹਾਈ ਕਰ ਲਈ, ਉਸ ਤੋਂ ਬਾਅਦ ਹੀ ਸਕੂਲ +2 ਤੱਕ ਹੋਇਆ, ਜਦ ਕਿ ਮੈਂ ਪੜ੍ਹ ਕੇ ਹਟ ਚੁੱਕਾ ਸੀਗਾ। ਮੈਂ 18 ਨੂੰ ਮੇਰਾ ਪ੍ਰੈਕਟੀਕਲ ਸੀ। ਪ੍ਰੈਕਟੀਕਲ ਦੇਣ ਤੋਂ ਬਾਅਦ ਇਸ ਘਰ ਵਿੱਚ ਗਰੀਬੀ ਸੀ, ਬਹੁਤ ਕੁਛ ਸੀ ਜੀ। 3 ਮੇਰੀਆਂ ਸਿਸਟਰ, ਦੋ ਮੇਰੀ ਸਿਸਟਰ ਸੀ, 3 ਬ੍ਰਦਰ ਆ। ਫੈਮਿਲੀ ਵਿੱਚ ਬਹੁਤ ਕੁਛ ਸੀਗਾ। ਪਹਿਲਾਂ ਆਪਾਂ ਕਿਸੇ ਦੇ ਮਕਾਨ ਵਿੱਚ ਰਹਿੰਦੇ ਸੀ, ਹੁਣ ਵੀ ਮੇਰੀ ਫੈਮਿਲੀ ਉੱਥੇ ਰਹਿੰਦੀ ਆ। ਮੈਂ ਬਹੁਤ ਜਿੱਥੇ ਅਸੀਂ, ਮੈਂ ਤੁਹਾਨੂੰ ਦੱਸ ਦਿਆਂ ਕਿ ਕਿਉਂਕਿ ਜਦੋਂ ਮੈਂ ਇਹਦੇ ਘਰੇ ਪਹਿਲਾਂ ਵੀ 2-3 ਵਾਰੀ ਅਸੀਂ ਪ੍ਰੋਗਰਾਮ ਵੇਲੇ ਇੱਧਰ ਦੀ ਜਦ ਸਾਡਾ ਫੰਕਸ਼ਨ ਹੁੰਦਾ, ਅਸੀਂ ਇਹਨਾਂ ਦੇ ਪਿੰਡ 'ਚ ਹੋ ਕੇ ਜਾਂਦੇ ਰਹੇ। ਤੇ ਮੈਂ ਜਦ ਇੱਥੇ ਆਇਆ, ਇਹ ਪਿੰਡ ਦੇ ਵਿੱਚ ਜੇ ਆ ਗਿਆ ਘਰ, ਮੈਂ ਕਿਹਾ ਵੀ ਇਹ ਘਰ ਵਾਲੀ ਇੱਕ ਹੋਰ ਵੀ ਹਾਸੇ ਵਾਲੀ ਗੱਲ ਹੈ। ਇੱਕ ਤਾਂ ਘਰ ਵਾਲੀ, ਇੱਕ ਜਿਹੜੀ ਘਰ ਵਾਲੀ ਹਾਸੇ ਵਾਲੀ ਗੱਲ ਹੈ, ਬੁਲਾਓ ਤਾਂ ਪੂਜਾ ਆਈ ਜਰਾ ਆ ਜਾ। ਇੱਕ ਬੜੀ ਅੱਜ ਇੱਕ ਹੋਰ ਵੀ ਹਾਸੇ ਵਾਲੀ ਗੱਲ ਜਿਹੜੀ ਹੋਈ ਹੈ। ਆ ਜਾਈ 2 ਮਿੰਟ, ਆ ਜਾਈ। ਤੇ ਜਦੋਂ ਅਸੀਂ ਇੱਥੇ ਆਏ, ਮੈਂ ਕਿਹਾ ਵੀ ਇਹ ਤਾਂ ਜੀਤੀ ਦਾ ਘਰੇ ਨਹੀਂ ਹੈਗਾ ਵੀ ਇਹ ਕਿੱਥੇ ਸਾਨੂੰ 20 ਕਿਉਂਕਿ ਜਿਹੜਾ ਇਹ ਦੱਸਣ ਲੱਗਿਆ ਕਿ ਅਸੀਂ ਕਿਸੇ ਦੇ ਘਰ 'ਚ ਰਹਿੰਦੇ ਹੁੰਦੇ ਸੀ। ਪਹਿਲਾਂ ਅਸੀਂ ਜਦੋਂ ਵੀ ਇਹਦੇ ਘਰੇ ਆਉਂਦੇ ਸੀ, ਉੱਧਰ ਖੁੱਲੇ ਜਿਹੀ ਜਗ੍ਹਾ 'ਚ ਇੱਕ ਵੱਡਾ ਸਾਰਾ ਪੁਰਾਣਾ ਗੇਟ ਲੱਗਿਆ ਹੋਇਆ, ਲੰਬਾ ਜਿਹਾ ਘਰ ਹੈ, ਉਹਦੇ ਵਿੱਚ ਇੱਦਾਂ ਹੀ ਪੁਰਾਣੇ ਸਮੇਂ ਵਾਂਗੂ ਲੰਬਾ ਛੱਤ ਕੇ ਪਿੱਛੇ ਕਮਰੇ ਨੇ, ਮੂਹਰੇ ਵਰਾਂਡਾ ਹੈ। ਤੇ ਮੈਂ ਉੱਧਰ ਬੈਠੋ ਭਾਬੀ ਜੀ, ਤੇ ਇਹ ਇਹਨਾਂ ਦੀ ਵਾਈਫ ਹੈ। ਮੈਂ ਅੱਜ ਪਹਿਲੀ ਵਾਰੀ ਇਹਨਾਂ ਨੂੰ ਦੇਖਿਆ। ਜਦੋਂ ਮੈਂ ਦੇਖਿਆ, ਇਹ ਜੀਤੀ ਹੱਸਣ ਲੱਗ ਗਿਆ। ਮੈਂ ਕਿਹਾ ਵੀ ਜਦ ਅਸੀਂ ਉੱਧਰ ਆਉਂਦੇ ਸੀ ਵੀ ਮੈਂ ਉੱਧਰ ਤਾਂ ਇਹਨਾਂ ਨੂੰ ਦੇਖਿਆ ਨਹੀਂ ਕਦੇ। ਤੇ ਫਿਰ ਇਹ ਕਹਿੰਦਾ ਵੀ ਉੱਧਰ ਜਿਹੜੀ ਹੁੰਦੀ ਸੀ ਇਹਦੀ ਭਰਜਾਈ ਹੁੰਦੀ ਸੀ, ਤੇ ਵਹੁਟੀ ਇਹਦੀ ਜਦੋਂ ਵੀ ਅਸੀਂ ਕਿਤੇ ਆਉਣਾ ਤੇ ਉਹ ਕਿਤੇ ਪੇਕੇ ਗਈ ਹੋਣਾ ਜਾਂ ਕਿਤੇ ਹੋਰ ਗਈ ਹੋਣਾ।
ਤੇ ਬੜਾ ਹੱਸੇ ਅਸੀਂ ਵੀ ਇੱਕ ਘਰ ਵਾਲੀ ਗੱਲ ਵੀ ਘਰ ਵੀ ਚੇਂਜ ਕਰ ਲਿਆ, ਕਿਤੇ ਵੋਟੀ ਵੀ ਚੇਂਜ ਤਾਂ ਨਹੀਂ ਕਰ ਲਈ ਹਨਾ, ਵੀ ਵੋਟੀ ਵੀ ਨਵੀਂ ਲਿਆਂਦੀ ਹੋਵੇ ਹਨਾ। ਨਹੀਂ ਜੀ, ਵੋਟੀ ਮੇਰੀ ਸਟਾਰਟਿੰਗ ਤੋਂ ਰਹੀ ਆ, ਪਰ ਕਿਤੇ ਨਾ ਕਿਤੇ ਗਈ ਰਹਿੰਦੀ ਸੀਗੀ। ਤੇ ਮੰਮੀ ਕੋਲ ਘਰ ਹੋਣਾ ਕਿ ਇੱਧਰ ਘਰ ਛੋਟਾ ਹੋਣ ਕਰਕੇ ਇਹਨੂੰ ਮਕਾਨ ਲਿਆ ਹੋਇਆ ਸੀ, ਬਣਾਇਆ ਨਹੀਂ ਸੀਗਾ, ਇਹਨੇ ਬਣਾਇਆ ਬਾਅਦ ਵਿੱਚ ਤੇ ਉੱਧਰ ਅਸੀਂ ਆ ਜਾਂਦੇ ਸੀਗੇ। ਨਹੀਂ ਉਹ ਘਰ ਦੇ ਵਿੱਚ ਅਸੀਂ ਆਉਂਦੇ ਸੀ ਤੇ ਤੁਸੀਂ ਦੱਸ ਰਹੇ ਸੀ ਕਿ ਉੱਧਰ ਰਹਿੰਦੇ ਰਹੇ ਕਿਸੇ ਦੇ ਘਰ। ਹਾਂਜੀ, ਉਹ ਅਸੀਂ ਤਕਰੀਬਨ ਜੰਮਪਲ ਅਸੀਂ ਸਾਰੇ ਤਕਰੀਬਨ ਇੱਥੇ ਹੀ ਗੁਰਦੁਆਰੇ ਕੋਲ ਪਹਿਲਾਂ ਅਸੀਂ ਰਹਿੰਦੇ ਰਹੇ, ਫਿਰ ਅਸੀਂ ਉਸ ਮਕਾਨ 'ਚ ਰਹੇ, ਸਾਰਾ ਬਚਪਨ ਅਸੀਂ ਉਸ ਮਕਾਨ ਵਿੱਚ ਗੁਜ਼ਰਿਆ ਜੀ। ਤੇ ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ 18 ਨੂੰ ਮੇਰਾ ਪ੍ਰੈਕਟੀਕਲ ਸੀ, 19 ਤਰੀਕ ਨੂੰ ਮੈਂ ਬੰਗੀ ਕਰਿਆਨੇ ਦੁਕਾਨ ਤੇ ਚਲ ਗਿਆ, ਜਦ ਕਿ ਉਸ ਵੇਲੇ ਬਹੁਤ ਮਹਿੰਗਾਈ ਤਾਂ ਹੈ ਨਹੀਂ ਸੀ ਇੰਨੀ। ਹਾਂਜੀ। ਸੋਨਾ ਵੀ 4800 ਨੂੰ ਸੀ, ਮੈਂ 4800 ਨੂੰ ਖੁਦ ਸੋਨਾ ਖਰੀਦਿਆ, ਮੈਂ 2500 ਰੁਪਏ 'ਚ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ। ਓਕੇ। ਤੇ ਫਿਰ ਹੌਲੀ ਹੌਲੀ ਇੱਦਾਂ ਵਿਚਰਦੇ ਗਏ। ਵੱਡੀ ਸਿਸਟਰ ਦੀ ਮੈਰਿਜ ਕੀਤੀ, ਸਾਰਾ ਸਮਾਨ ਲੈ ਕੇ ਆਂਦਾ, ਮੈਂ ਉੱਥੇ ਕੰਮ ਕਰਦਾ ਰਿਹਾ। ਸੁਨਿਆਰਾ ਉਹਨਾਂ ਦਾ ਭਤੀਜਾ ਸੀ, ਉਹਨੇ ਮੈਨੂੰ ਸਾਰਾ ਸਮਾਨ ਬਣਵਾ ਕੇ ਦਿੱਤਾ, ਹੌਲੀ ਹੌਲੀ ਵੀ ਪੈਸੇ ਦਿੰਦੇ ਰਹੇ। ਓਨੀਡਾ ਦਾ ਟੀਵੀ ਅੱਜ ਕੱਲ੍ਹ ਤਾਂ ਕੋਈ ਛੋਟਾ ਲੈਂਦਾ ਨਹੀਂ, ਉਸ ਵੇਲੇ ਮੈਂ 2500 ਰੁਪਏ ਦਾ ਓਨੀਡਾ ਦਾ ਟੀਵੀ ਲਿਆ ਸੀਗਾ, ਜਿਸ ਕੀ ਟੀਵੀ ਮੈਂ 25-26 ਸਾਲ ਚਲਾਇਆ। ਵਾਹ ਜੀ ਵਾਹ, 25-26 ਹੱਲੇ ਵੀ ਉਹ ਮੇਰੇ ਕੋਲ ਤਕਰੀਬਨ ਹੈਗਾ ਆ, ਮੈਂ ਰੱਖਿਆ ਹੋਇਆ ਹੈ ਐਂਟੀਕ ਪੀਸ ਦਾ, ਐਂਟੀਕ ਪੀਸ ਰੱਖਿਆ ਹੋਇਆ ਹੈ। ਤਕਰੀਬਨ ਗਰੀਬੀ ਹਰ ਇੱਕ ਜਗ੍ਹਾ ਦੇਖੀ ਆ। ਫਿਰ ਮੈਂ ਸੋਚਿਆ ਕਿ ਕੋਈ ਕੰਮ ਕੀਤਾ ਜਾਵੇ, ਮੈਂ ਉੱਥੇ ਕੰਮ ਕਰਦਾ ਰਿਹਾ। ਤੇ ਉਹਨਾਂ ਦੀ ਫੈਮਿਲੀ ਵਿੱਚ ਉਹ ਦੋਏ ਬ੍ਰਦਰ ਸੀਗੇ, ਇੱਕੋ ਘਰ ਵਿਆਹੇ ਹੋਏ ਸੀਗੇ, ਤੇ ਉਹਨਾਂ ਦੀ ਆਪਸ ਵਿੱਚ ਹੀ ਸੈਟਿੰਗ ਹੋ ਗਈ। ਫਿਰ ਉਹਨਾਂ ਨੇ ਮੈਂ ਕਿਹਾ ਵੀ ਸੈਲਰੀ ਦਿਓ, ਕਹਿੰਦੇ ਵੀ ਸੈਲਰੀ ਅਸੀਂ ਇੰਨੀ ਦੇ ਸਕਦੇ ਹਾਂ। ਫਿਰ ਮੈਂ ਉੱਥੋਂ ਛੱਡ ਦਿੱਤਾ। ਫਿਰ ਮੈਂ ਇੱਦਾਂ ਮੇਰੇ ਫਰੈਂਡ ਸਰਕਲ 'ਚ ਦੀਦੀ ਬਣੀ ਹੋਈ ਸੀਗੀ, ਉਹਨੂੰ ਪੁੱਛਿਆ, ਉਹ ਕਹਿੰਦੀ ਮੈਂ ਤੈਨੂੰ ਬੈਂਕ 'ਚ ਜੋਬ ਦਵਾ ਦੇਣੀ ਆ। ਮੈਂ ਫਗਵਾੜੇ ਤਕਰੀਬਨ 8-9 ਸਾਲ ਪ੍ਰਾਈਵੇਟ ਬੈਂਕ ਵਿੱਚ ਯੂਨੀਅਨ ਵਿੱਚ ਕੰਮ ਕੀਤਾ ਐਜ਼ ਦਾ ਪੀਐਨ, ਉੱਥੇ ਮੈਂ ਕੰਮ ਕਰਦਾ ਰਿਹਾ। ਤੁਸੀਂ ਦੇਖੋ ਕਿ ਆਰਟਿਸਟ ਜਿਹੜੇ ਵੀ, ਮੈਂ ਤੁਹਾਨੂੰ ਗੱਲ ਕਰਦਾ ਹੁੰਦਾ ਕਿ ਜਿੰਨੇ ਵੀ ਆਰਟਿਸਟ ਨੇ ਮੇਰੇ, ਬੜੇ ਗਰਾਊਂਡ ਲੈਵਲ ਤੋਂ, ਜ਼ੀਰੋ ਲੈਵਲ ਤੋਂ ਚੱਲ ਕੇ ਉਹਨਾਂ ਨੇ ਕਿੰਨੀਆਂ ਮਤਲਬ ਕਿ ਦਿੱਕਤਾਂ ਦੇ ਵਿੱਚੋਂ ਲੰਘ ਕੇ ਮਿਹਨਤਾਂ ਕੀਤੀਆਂ। ਮੈਂ ਖੁਦ ਵੀ ਆਪਣੀ, ਮੇਰੀ ਸਟੋਰੀ ਤੁਸੀਂ ਦੇਖਦੇ ਹੋਵੋਗੇ ਕਿ ਬਹੁਤ ਮਿਹਨਤ ਕੀਤੀ। ਦੇਖੋ ਕਰਿਆਨੇ ਦੀ ਦੁਕਾਨ ਤੇ, ਫਿਰ 8 ਸਾਲ ਫਗਵਾੜੇ ਬੈਂਕ ਦੇ ਵਿੱਚ ਐਜ਼ ਏ ਪੀਐਨ ਦੇ ਤੌਰ ਤੇ ਕੰਮ ਕੀਤਾ ਹਨਾ, ਤੇ ਅੱਗੇ ਫਿਰ ਉਸ ਤੋਂ ਬਾਅਦ ਬੈਂਕ 'ਚ ਵੀ ਮੈਂ ਜਾਣ ਲੱਗਾ। ਮੈਂ ਬੈਂਕ 'ਚ ਸਾਲ ਕੁ ਗਿਆ, ਉੱਥੇ ਮੈਂ ਜਦੋਂ ਜਾਣਾ ਇੱਥੋਂ ਬੱਸੇ ਸਾਈਕਲ 'ਤੇ ਚੱਲ ਜਾਣਾ, ਸਾਈਕਲ 'ਤੇ ਜਾ ਕੇ ਸਾਈਕਲ ਬੰਗੀ ਖੜਾ ਕਰ ਦੇਣਾ, ਬੱਸ 'ਤੇ ਚੱਲ ਜਾਣਾ। ਉਸ ਵੇਲੇ ਕਿਰਾਇਆ ਜ਼ਿਆਦਾ ਹੁੰਦਾ ਸੀ। ਮੈਂ ਬੱਸ ਵਾਲੇ ਨੇ ਗੱਲ ਕੀਤੀ, ਮੈਂ ਕਿੱਦਾਂ ਕਰਕੇ ਮੈਂ ਕਿਰਾਇਆ ਇਹਨੇ ਦੇ ਨਹੀਂ ਸਕਦਾ। ਉਹ ਮੇਰੇ ਕੋਲ ਹਾਫ ਕਿਰਾਇਆ ਲੈਣ ਲੱਗ ਪਿਆ, ਇੱਕ ਸਾਈਡ ਦਾ ਕਿਰਾਇਆ ਲੈਣ ਲੱਗ ਪਿਆ। ਉਹ ਕਹਿੰਦਾ ਮੈਂ ਇਸ ਟਾਈਮ ਬੱਸ ਲੈ ਕੇ ਆਣਾ, ਤੁਸੀਂ ਇਸ ਟਾਈਮ ਛੁੱਟੀ ਕਰ ਲਿਆ ਕਰੋ। ਮੈਂ ਸਾਡਾ ਮੈਨੇਜਰ ਨੇ ਗੱਲ ਕੀਤੀ, ਕਹਿੰਦਾ ਕੋਈ ਗੱਲ ਨਹੀਂ, ਐਡਜਸਟਮੈਂਟ ਕਰ ਲਾਂਗੇ। ਚੱਲ ਉਹ ਮੈਨੂੰ ਪੈਸੇ ਦੇ ਦਿੰਦਾ ਸੀ ਥੋੜ੍ਹੇ ਬਹੁਤ, ਮੇਰਾ ਇੱਕ ਸਾਈਡ ਦਾ ਕਿਰਾਇਆ ਲੱਗ ਜਾਂਦਾ ਸੀਗਾ। ਫਿਰ ਮੇਰੀ ਹੱਦੀ ਮੁੰਡੇ ਨੱਚਣ ਜਾਂਦੇ ਹੁੰਦੇ ਸੀਗੇ, ਉਹਨਾਂ ਨੇ ਮੇਰੀ ਆਣੀ ਜਾਣੀ ਹੋਣਾ ਵੀ, ਮੇਰੀ ਬੋਲ ਬਾਣੀ ਵੀ ਇਦਾਂ ਦੀ ਸੀ। ਉਹਨਾਂ ਨੇ ਮੈਨੂੰ ਕਹਿਣਾ ਵੀ ਤੂੰ ਕੁੜੀਆਂ ਨੂੰ ਬੋਲਦਾ ਰਹਿਣਾ, ਮੁੰਡਿਆਂ ਨੇ ਵੀ, ਮੈਨੇਜਰ ਨੇ ਵੀ ਕਹਿਣਾ। ਫਿਰ ਉੱਥੇ ਇੱਕ ਆਂਟੀ ਕੰਮ ਕਰਦੀ ਸੀਗੀ, ਕਹਿੰਦੀ ਬੇਟਾ ਤੂੰ ਕੁੜੀਆਂ ਨੂੰ ਬੋਲਦਾ ਰਹਿਣਾ, ਕੁੜੀਆਂ। ਮੈਂ ਤਾਂ ਆਂਟੀ ਹੁਣ ਮੈਂ ਕੀ ਕਹਾਂ, ਮੈਂ ਕਹਾ ਜਾਣੀ ਕਿ ਇਹ ਕਹਿੰਦੀ ਤੇਰਾ ਹਾਵ ਭਾਵ ਹੈ ਨਹੀਂ, ਜੇ ਮੈਨੇਜਰ ਨੇ ਮੈਨੂੰ ਭੇਜ ਦੇਣਾ ਵੀ ਤੈਨੂੰ ਉਠਾ ਲੈਣਾ। ਮੈਨੇਜਰ ਨੇ ਮੈਨੂੰ ਤਕਰੀਬਨ ਵਾਜੇ ਮੇਰਾ ਕੰਮ ਹੋਣਾ, ਉਹਨਾਂ ਨੇ ਕਹਿਣਾ ਤੂੰ ਇਹਦਾ ਕੰਮ ਕਰਨ ਜਾਂਦੀ ਹੈ। ਫਿਰ ਮੈਂ ਜੀ ਮੁੰਡਿਆਂ ਨੇ ਮੇਰੀ ਗੱਲਬਾਤ ਹੋ ਗਈ, ਉਹ ਕਹਿੰਦੇ ਅਸੀਂ ਪ੍ਰੋਗਰਾਮ ਲਾਉਣ ਜਾਂਦੇ ਵੀ ਸਾਨੂੰ 700 800 500 ਰੁਪਏ ਦਿਹਾੜੀ ਪੈ ਜਾਂਦੀ ਆ। ਹਾਂ ਮੈਂ ਸੋਚਿਆ ਵੀ ਚੱਲ ਮੈਂ ਇਹ ਵੀ ਕੰਮ ਕਰ ਲੈਣਾ। ਜਿਹੜੇ ਤੁਹਾਨੂੰ ਮਤਲਬ ਪਹਿਲਾਂ ਮੁੰਡੇ ਮਿਲੇ ਸਭ ਤੋਂ ਪਹਿਲਾਂ, ਹਾਂਜੀ, ਉਹ ਕੌਣ ਸੀਗੇ, ਕਿੱਥੋਂ ਦੇ ਸੀਗੇ, ਕੁਛ ਤੁਹਾਨੂੰ ਯਾਦ ਆ? ਜਾਂ ਉਹਨਾਂ ਨੇ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਪ੍ਰੋਗਰਾਮ ਮਤਲਬ ਕਿ ਕਿਹੜੀ ਜਗ੍ਹਾ ਕੀਤਾ ਔਰ ਕਿਸ ਫੀਲਡ 'ਚ ਕੀਤਾ? ਪਹਿਲਾਂ ਸਾਡੇ ਇੱਧਰ ਜਿੱਥੋਂ ਗੱਲ ਹੋਈ ਹਾਂਜੀ ਜਿਹਨਾਂ ਦਾ ਪੇਟ ਟਾਂਗਾ ਬਣਦਾ ਸੀ, ਹਾਂਜੀ 50 ਪੈਸੇ ਸਵਾਰੀ ਹੁੰਦੀ ਸੀ। ਹਾਂਜੀ ਤੇ 2 ਮੇਰੇ ਕਾਕੇ ਦੇ 2 ਗੁੱਡੀਆਂ ਦੀਆਂ, ਫਿਰ ਇੱਕ ਕਾਕਾ ਫੇਰ ਹੋਇਆ। ਕੁਛ ਨਾ ਸਮਾਨਦਾ। ਮੇਰੀ ਬੜੀ ਕੁੜੀ ਕਹਿੰਦੀ ਹੈ ਜੀਤ ਜੇ ਤੂੰ ਨਾ ਪਾਸ ਹੋਇਆ ਨਾ, ਤੈਨੂੰ ਜਾਂ ਭਾਂਡੇ ਵਾਂਝੇ ਤੇ ਲੱਗਣ ਜਾ ਕੇ ਜੀ ਤੁਹਾਡੇ ਨਾਲ ਬਹੁਤ ਹੱਥ ਜੋੜ ਗਏ ਇਹਨਾਂ ਦੇ ਹੈ, ਤੁਹਾਡੇ ਨਾਲ ਪਿਆਰ ਪੈ ਗਿਆ, ਭਰਾਵਾਂ ਨਾਲ ਵੀ ਵੱਧ ਪਿਆਰ ਪੈ ਗਿਆ ਪੁੱਤ। ਬਿਲਕੁਲ ਸਾਡਾ ਬਹੁਤ ਪਿਆਰ ਹੈ। ਹਾਂਜੀ ਪਿਆਰ ਪੈ ਗਿਆ, ਸਾਰਿਆਂ ਨਾਲੇ ਪਿਆਰ ਪੈ ਗਿਆ। ਐਨੇ ਮੇਰੇ ਹੋਰ ਨਹੀਂ ਧੀਆ ਪੁੱਤ, ਨਾ ਮੇਰਾ ਘਰ ਵਾਲਾ ਚਾਹੁੰਦਾ। ਹਾਂਜੀ ਇਹਨੂੰ ਰੱਬ ਦੀ ਥਾਪਨਾ, ਤੁਹਾਡੀ ਥਾਪਨਾ, ਇਸ ਵੇਲੇ ਨਹੀਂ ਕਿਸੇ ਖੇਲਦਾ ਮੇਰਾ ਬੱਚਾ। ਵਾਹਿਗੁਰੂ ਨੇ ਤੇ ਸਾਡੇ ਪ੍ਰਵੀਨ ਉਸਤਾਦ ਜੀ ਵੀ ਤੇ ਬੰਗਿਆਂ ਤੋਂ ਮੁੰਡਾ ਸੀ ਮੇਰਾ ਫਰੈਂਡ, ਉਹਨੂੰ ਮੈਂ ਆਪਣਾ ਗੁਰੂ ਧਾਰਨ ਕੀਤਾ ਕਾਲੀ ਜੀ, ਤੇ ਉਹਨਾਂ ਨੇ ਮੇਰਾ ਬਹੁਤ ਪ੍ਰੇਮ ਹੋਇਆ। ਫਿਰ ਉਹ ਮੈਨੂੰ ਲੈ ਕੇ ਜਾਣ ਲੱਗ ਪਿਆ, ਉਹਨਾਂ ਨੂੰ ਮੈਂ ਜਾਣ ਲੱਗ ਪਿਆ, ਤੇ ਮੇਰੀ ਪ੍ਰੋਬਲਮ ਬਹੁਤ ਜ਼ਿਆਦਾ ਹੱਲ ਹੋ ਗਈ। ਤੇ ਉਹਨਾਂ ਨੇ ਮੈਂ ਜਾਣ ਲੱਗ ਪਿਆ। ਮੈਂ ਸਭ ਤੋਂ ਵੱਡੀ ਸਮੱਸਿਆ ਤਾਂ ਆਰਥਿਕ ਸਮੱਸਿਆ ਹੁੰਦੀ ਹੈ ਹਰੇਕ ਬੰਦੇ ਨੂੰ, ਹਨਾ। ਜਦੋਂ ਤੁਹਾਨੂੰ ਰੋਜ਼ ਦਾ
500-700 ਜਾਂ 1000 ਰੁਪਇਆ ਆਉਣ ਲੱਗ ਜਾਂਦਾ ਤਾਂ ਤੁਹਾਨੂੰ ਲੱਗਦਾ ਵੀ ਸਮੱਸਿਆ ਦਾ ਚਲੋ ਉਹ ਹਨਾ ਹੱਲ ਹੋ ਜਾਂਦਾ। ਮਤਲਬ ਪਹਿਲਾਂ ਤੁਸੀਂ ਨਕਲਾਂ 'ਚ ਕੰਮ ਹਾਂ ਕੀਤਾ? ਨਕਲਾਂ 'ਚ ਕੰਮ ਕੀਤਾ, ਡਰਾਮੇ ਵਗੈਰਾ ਕੀਤੇ। ਸਾਡੇ ਸਿੰਬਲ ਮਜਾਰੇ ਵਾਲੇ ਅੰਕਲ ਹੁਣੀ ਸੀਗੇ, ਉਹਨਾਂ ਨਾਲ ਅਸੀਂ ਸਿੰਬਲ ਮਜਾਰੀਏ, ਬਹੁਤ ਮਸ਼ਹੂਰ ਆ ਧਰਮਵੀਰ ਹੁਣੀ, ਉਹ ਸਾਡੇ ਉਹਨਾਂ ਦੇ ਚਾਚਾ ਜੀ। ਨਕਲਾਂ 'ਚ ਫਿਰ ਜਦੋਂ ਨਕਲਾਂ ਤੁਸੀਂ ਸਟਾਰਟ ਕੀਤੀਆਂ, ਜਿਵੇਂ ਆਮ ਤੌਰ ਤੇ ਕਹਿੰਦੇ ਨੇ ਵੀ ਗੁਰੂ ਬਣਾਉਣਾ, ਨਕਲਾਂ 'ਚ ਫਿਰ ਤੁਸੀਂ ਕਿਹਨੂੰ ਗੁਰੂ ਬਣਾਇਆ, ਕੌਣ ਤੁਹਾਡਾ? ਸਟਾਰਟਿੰਗ 'ਚ ਮੇਰੇ ਸਾਡੇ ਕਾਲੀ ਜੀ ਮੁਸਕਾਨ ਜੀ ਸਾਡੀ ਨੇ, ਮੁਸਕਾਨ ਸਾਡੀ ਹੁੰਦੀ ਸੀ ਉਹਨਾਂ ਨੂੰ, ਉਹ ਵੀ ਮੇਰੇ ਗੁਰੂ ਜੀ ਰਹਿ ਗਏ। ਫਿਰ ਉਹਨਾਂ ਨੇ ਮੈਰਿਜ ਕਰਵਾ ਲਈ, ਉਹ ਫੇਸ ਲੈਣ ਨੂੰ ਬਿਲਕੁਲ ਹੀ ਛੱਡ ਗਏ। ਓਕੇ। ਤੇ ਫਿਰ ਮੈਂ ਆਪਣਾ ਉਸਤਾਦ ਧਰਮਕੋਟਾ ਤੋਂ ਸਾਡੇ ਪ੍ਰਵੀਨ ਉਸਤਾਦ ਜੀ, ਜਿਹੜੇ ਪ੍ਰਵੀਨ ਸੁਲਤਾਨਾ ਜੀ, ਜਿਹੜੇ ਆਲ ਵਰਲਡ ਮਸ਼ਹੂਰ ਆ, ਉਹਨਾਂ ਦਾ ਬਹੁਤ ਨਾਂ ਨਕਲਾਂ ਦੇ ਵਿੱਚ ਨਾਂ, ਉਹਨਾਂ ਨੂੰ ਆਪਣਾ ਉਸਤਾਦ ਬਣਾਇਆ। ਉਹ ਇਸ ਟਾਈਮ ਦੁਨੀਆ 'ਤੇ ਨਾਂ ਕਮਾਉਂਦੇ ਆ, ਉਹਨਾਂ ਦਾ ਬਹੁਤ ਨਾਂ ਆ, ਉਹਨਾਂ ਦੀ ਬਦੌਲਤ ਅਸੀਂ ਇੱਥੇ 'ਚ ਹੋਣੀ ਚਾਹੀਦੀ ਆ। ਜਦੋਂ ਤੇਰਾ ਵਿਆਹ ਹੋਇਆ ਜੀਤੀ, ਤਾਂ ਉਦੋਂ ਤੂੰ ਪਹਿਲਾਂ ਇਹ ਕੰਮ ਕਰਦਾ ਸੀ? ਜਦੋਂ ਮੇਰਾ ਵਿਆਹ ਹੋਇਆ ਮੈਂ ਉਹ ਇਸ ਲਈ ਕੰਮ ਕਰਦਾ ਸੀ, ਪਰ ਘਰਦਿਆਂ ਨੂੰ ਪਤਾ ਸੀ, ਮੇਰੀ ਮੰਮੀ ਨੂੰ ਪਤਾ ਸੀ। ਅੱਛਾ। ਹੋਰ ਮੇਰੇ ਘਰਦਿਆਂ 'ਚ ਫਿਰ ਕਿਸੇ ਨੂੰ ਨਹੀਂ ਸੀ ਪਤਾ, ਮੇਰੇ ਡੈਡੀ ਨੂੰ ਪਤਾ ਸੀ, ਮੇਰੀ ਮੰਮੀ ਨੂੰ ਪਤਾ ਸੀ, ਪਰ ਘਰਦਿਆਂ ਨੂੰ ਮਤਲਬ ਜਿਹੜਾ ਅਖਬਾਰ 'ਚ ਆ ਗਿਆ। ਅੱਛਾ। ਅਖਬਾਰ 'ਚ ਸਾਡੀ ਫੋਟੋ ਤੁਹਾਡੇ ਨਾਲ ਪਹਿਲੀ ਵਾਰ ਆਈ ਸੀਗੀ। ਹਾਂ, ਉਹ ਜਿਹੜੀ ਟੰਗੋਰੀ ਮੇਲੇ ਵਾਲੀ, ਟੰਗੋਰੀ ਮੇਲੇ ਵਾਲੀ ਤੁਹਾਡੀ ਅਖਬਾਰ 'ਚ ਫੋਟੋ ਆ ਗਈ ਸੀ। ਸਾਡੇ ਪਿੰਡ ਵਾਲਿਆਂ ਨੇ ਕਹਿਤਾ ਜਾਨੀ ਕਿ ਇਹਨਾਂ ਦੀ ਸੰਸਥਾ ਬਣੀ ਹੋਈ ਆ, ਤੇ ਤੁਹਾਡੇ ਮੁੰਡੇ ਦੀ ਫੋਟੋ ਆਈ, ਉਹਨਾਂ ਨੇ ਮੇਰੀ ਫੋਟੋ ਸਾਰੇ ਪਿੰਡ ਵਿੱਚ ਕਹਾਣੀ ਸ਼ੁਰੂ ਕਰ ਦਿੱਤੀ ਤੇ ਤੁਹਾਡਾ ਮੁੰਡਾ ਕਰਦਾ ਹੈ, ਤੁਹਾਡੇ ਮੁੰਡੇ ਦੀ ਅਖਬਾਰ 'ਚ ਫੋਟੋ। ਮੈਂ ਘਰਦਿਆਂ ਨੂੰ ਕਹਾਂ ਵੀ ਮੈਂ ਤਾਂ ਕੰਮ ਤੋਂ ਆਇਆ, ਮੇਰੇ ਤਾਂ ਦਿਮਾਗ 'ਚ ਨਹੀਂ ਸੀਗਾ। ਘਰ ਜਦੋਂ ਮੈਂ ਘਰਦਿਆਂ ਨੇ ਮੇਰੇ ਮੋਹਰੇ ਅਖਬਾਰ ਮੋਹਰੇ ਲਿਆ ਕੇ ਰੱਖ ਦਿੱਤੀ ਵੀ ਤੁਸੀਂ ਆਹ ਕੰਮ ਕਰਦੇ ਆ। ਮੈਂ ਕਿਹਾ ਹਾਂਜੀ ਮੈਂ ਇਹ ਕੰਮ ਕਰਦਾ ਨਾਲ। ਤੇ ਮੈਂ ਕੀ ਕਹਿਣਾ ਸੀ, ਜਾਂ ਪੇਪਰ ਐਡਾ ਵੱਡਾ ਇਹਨਾਂ ਦੇ ਕੋਲ ਸੀ, ਸਬੂਤ ਸੀਗਾ, ਅਖਬਾਰ ਸੀ, ਅਖਬਾਰ ਤੇ ਤਕਰੀਬਨ ਉਹਨਾਂ ਨੇ ਮੇਰੇ ਕੋਲ ਲਿਆ ਕੇ ਰੱਖ ਦਿੱਤੀ। ਮੈਂ ਕਿਹਾ ਜੀ ਮੈਂ ਕੰਮ ਕਰਦਾ। ਕਹਿੰਦਾ ਆਸ਼ਾ ਦੇਖ ਲੈ, ਮੈਂ ਕੀ ਹੋਇਆ? ਕਹਿੰਦਾ ਮੇਰੀ ਬਣੀ ਹੋ, ਮੈਂ ਤੇਰੀ ਬਣੀ ਨੂੰ ਕੀ ਕਰਨਾ, ਤੇਰੀ ਬਣੀ ਨੂੰ ਲੰਘੇ ਜਿਹੜੀ ਲੰਘਣੀ ਸੀ। 2 ਰੁਪਏ ਕਿਲੋ ਆਟਾ, ਕਿਲੋ ਗੁੜ ਸੀਗਾ, ਤੇ 5 ਰੁਪਏ ਦਾ ਦੁੱਧ ਸੀਗਾ, ਕਿਲੋ ਵੱਧ ਦਾ ਗਾਂ ਦਾ 2 ਰੁਪਏ ਕਿਲੋ। ਹੁਣ ਮੈਂ ਸਮਾਂ ਕਿਹੜਾ ਹੈ, ਤੇਰੀ ਜਿਹੜੀ ਲੰਘੇ ਹੁਣ ਇਹ ਜੀ ਮੇਰੀ ਛੋਟੀ ਗੁੱਡੀਆ ਹਾਂਜੀ, ਰਮਨੀਤ ਕੌਰ ਸੁੱਚੀ ਭੇਜਦੀ ਸੀ ਹਨਾ। ਹਾਲੇ ਤਾਂ ਛੋਟੀ ਆ, ਹੁਣ ਕਿਸੇ ਕਲਾਸ 'ਚ ਤਾਂ ਪੜ੍ਹਦੇ ਨਹੀਂ ਆਪਾਂ, ਹਨਾ। ਹੁਣ ਤਾਂ ਸੌਂ ਲਿਆ, ਖਾ ਲਿਆ, ਨਹਾ ਲਿਆ, ਹਨਾ। ਦੇਖੋ ਜੀ, ਹਰ ਆਰਟਿਸਟ ਜਿਵੇਂ ਇਹ ਲਾਡੀ ਬੈਠਾ ਹੈ, ਇਹਦੇ ਅਸੀਂ ਸਪੈਸ਼ਲ ਉਹ ਧਨਾਉਂਦੇ ਗਏ, ਜਿੰਦਰ ਮਟੋੜਨਾ, ਹਨਾ। ਤੇ ਜੀਤੀ ਦੇ ਅਸੀਂ ਅੱਜ ਘਰ ਆਏ ਹਾਂ। ਇਹਨਾਂ ਨੇ ਆਪਣੀਆਂ ਜਿੱਥੋਂ ਵੀ ਜ਼ਿੰਦਗੀ ਲੰਘ ਕੇ ਆਈ ਹੈ, ਹਨਾ, ਜਿੱਧਰੋਂ ਵੀ ਜ਼ਿੰਦਗੀ ਲੰਘੀ ਹੈ, ਹਰ ਇੱਕ ਇਨਸਾਨ ਦੀ, ਹਰ ਇੱਕ ਬੰਦੇ ਦੀ ਜ਼ਿੰਦਗੀ ਬੜੇ ਉਤਰਾਵਾਂ ਚੜਾਵਾਂ ਦੇ ਵਿੱਚੋਂ ਲੰਘਦੀ ਹੈ। ਇਹਨੇ ਐਡੀ ਵੱਡੀ ਜ਼ਿੰਦਗੀ ਦੀਆਂ ਕਹਾਣੀਆਂ ਇਹਨਾਂ ਦੇ ਮਾਤਾ ਜੀ ਨੇ ਤੇ ਇਹਨਾਂ ਨੇ ਥੋੜਾ ਜਿਹਾ ਤੁਹਾਨੂੰ ਬਰੀਫ ਦੱਸੀਆਂ, ਹਨਾ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੁਣ ਕਿ ਜਦੋਂ ਇਹ ਸਾਡੇ ਨਾਲ ਜੁੜੇ, ਸਾਡੇ ਨਾਲ ਕਿਵੇਂ ਜੁੜੇ ਤੇ ਸਾਡੇ ਨਾਲ ਜੁੜ ਕੇ ਇਹਨਾਂ ਨੇ ਬਾਅਦ ਚੋਂ ਕੀ ਮਹਿਸੂਸ ਕੀਤਾ। ਫਿਰ ਸਾਡੇ ਨਾਲ ਜਦੋਂ ਜਿਵੇਂ ਕਹਿੰਦੇ ਨੇ ਪੱਕੇ ਹੋ ਗਏ, ਪੱਕੇ ਹੋਣ ਤੋਂ ਬਾਅਦ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹ ਆਪਾਂ ਪੁੱਛਦੇ ਹਾਂ। ਹਾਂਜੀ ਜੀਤੀ, ਤੁਸੀਂ ਸਾਡੇ ਨਾਲ, ਤੁਹਾਨੂੰ ਕਿਵੇਂ ਚਾਂਸ ਮਿਲਿਆ ਵੀ ਲੋਕ ਰੰਗ ਨੂਰ ਆਰਟ? ਕਿਉਂਕਿ ਜਦੋਂ ਜੀਤੀ ਮੇਰੇ ਨਾਲ ਜੁੜਿਆ ਉਦੋਂ ਮੇਰੇ ਗਰੁੱਪ ਦਾ ਨਾਮ ਲੋਕ ਰੰਗ ਨੂਰ ਆਰਟ ਨਹੀਂ ਸੀ। ਪਹਿਲਾਂ ਸਾਡੇ ਗਰੁੱਪ ਦਾ ਨਾਮ ਤਰਿੰਜਣ ਜਾਗੋ ਗਰੁੱਪ ਸੀ, ਕਿਉਂਕਿ ਮੈਨੂੰ ਵੀ 22-23 ਸਾਲ ਹੋ ਗਏ ਕੰਮ ਕਰਦੇ ਆ। ਤੇ ਲੋਕ ਰੰਗ ਨੂਰ ਆਰਟ 2014 ਤੋਂ ਮੇਰੇ ਨਾਲ ਮਸ਼ਹੂਰ ਹੋਇਆ, ਤੇ ਮੇਰਾ ਨਾਮ ਨੂਰ ਵੀ ਉਸ ਤੋਂ ਬਾਅਦ ਹੀ ਜ਼ਿਆਦਾ ਥਰੂਆਊਟ ਵਰਲਡ ਮਸ਼ਹੂਰ ਹੋਇਆ। ਤੇ ਇਹ ਜਦੋਂ ਜੁੜੇ ਨੇ, ਕਿਵੇਂ ਤੁਸੀਂ ਜੁੜੇ ਭਾਈ ਸਾਡੇ ਨਾਲ? ਫਿਰ ਕੀ ਮਹਿਸੂਸ ਕਰਦੇ ਹੋ ਹੁਣ? ਤੁਸੀਂ ਕੀ ਮਹਿਸੂਸ ਕਰਦੇ ਹੋ? ਅਸੀਂ ਉਸ ਵੇਲੇ ਵੀ ਬਹੁਤ ਫਖਰ ਮਹਿਸੂਸ ਕਰਦੇ ਸੀਗੇ। ਅਸੀਂ ਕਦੀ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਆਮ ਤਾਂ ਅਸੀਂ ਨਕਲਾਂ ਡਰਾਮਿਆਂ 'ਤੇ ਕੰਮ ਕਰਦੇ ਸੀਗੇ। ਇਹ ਕੰਮ ਕੁਝ ਹੋਰ ਲੈਵਲ ਦਾ, ਜਿਹੜਾ ਜਾਗੋ ਦਾ ਕੰਮ ਆ, ਅਸੀਂ ਹਾਈ ਫਾਈ ਕੰਮ ਹੈ ਸਾਡਾ, ਬਹੁਤ ਹੀ ਵਧੀਆ। ਇਸ ਲਾਈਨ 'ਚ ਅਸੀਂ ਜਿੱਦਾਂ ਕਿ ਕਿਸੇ ਬੰਦੇ ਨੇ ਅਸੀਂ ਫੰਕਸ਼ਨ ਫੜਿਆ ਹੋਇਆ, ਜਿੱਦਾਂ ਕਿ ਇਹਨਾਂ ਨੇ ਕੰਮ 'ਤੇ ਅਸੀਂ ਜਾਂਦੇ ਹਾਂ, ਇਹਨਾਂ ਨੇ ਹੀ ਗੱਲ ਕਰਨੀ ਆ, ਅਸੀਂ ਜਾਣਾ ਇੱਕ ਕਮਰੇ 'ਚ ਬੈਠ ਕੇ ਚਾਹ ਪਾਣੀ ਪੀਣਾ, ਅਸੀਂ ਕੰਮ ਕਰਨਾ, ਅਸੀਂ ਆ ਜਾਣਾ। ਜਿਹੜਾ ਸਾਡਾ ਨਕਲਾਂ ਦਾ ਕੰਮ ਆ, ਅਸੀਂ 10 ਰੁਪਏ ਉਹਨੂੰ ਦੇਣੇ, 10 ਰੁਪਏ ਦਿੰਦੇ ਨੇ, ਅਸੀਂ ਕੰਮ ਕਰਕੇ ਆਪਣਾ ਕੰਮ ਕਰਕੇ ਆ ਜਾਣਾ। ਕੰਮ ਹਰ ਇੱਕ ਵਧੀਆ ਆ, ਆਪਣੀ ਆਪਣੀ ਜਗ੍ਹਾ 'ਤੇ ਵਧੀਆ ਆ। ਤੇ ਜਿਹੜਾ ਲੋਕ ਰੰਗ ਨੂਰ ਆਰਟ, ਇਹਦਾ ਬਾਅਦ ਵਿੱਚ ਬਣਿਆ। ਅਸੀਂ ਸਟਾਰਟਿੰਗ 'ਚੋਂ ਤਰਿੰਜਣ ਗਰੁੱਪ ਨਾਲ ਜੁੜੇ ਸੀਗੇ। ਸਾਡੇ ਜੋਰਾ ਉਸਤਾਦ ਜੀ, ਸਾਡੇ ਇੱਧਰੋਂ ਦੁਆਬੇ 'ਚੋਂ ਪਹਿਲਾਂ ਬਹੁਤ ਮੁੰਡੇ ਜਾਂਦੇ ਸੀ, ਸਾਡੇ ਉਸਤਾਦ ਸੀਗੇ। ਉਸਤਾਦਾਂ ਵਰਗੇ ਅਸੀਂ ਉਹਨਾਂ ਨੂੰ ਅੱਜ ਵੀ ਮੰਨਦੇ ਹਾਂ ਤੇ ਹਮੇਸ਼ਾ ਮੰਨਦੇ ਰਹਾਂਗੇ।
ਕਿਉਂਕਿ ਬਿੰਦਰ ਬੇਬੇ, ਮੈਂ ਅੱਗੇ ਵੀ ਦੱਸਦਾ ਹੁੰਦਾ, ਜਿਹੜੀ ਬਿੰਦਰ ਬੇਬੇ ਹੈ ਨਾ, ਅਸਲ 'ਚ ਜਿਵੇਂ ਕਹਿੰਦੇ ਨੇ ਬੇਬੇ ਸਾਰੇ ਜਵਾਕਾਂ ਦੀ ਮਾਂ ਹੁੰਦੀ ਹੈ, ਉਹਨੇ ਉਹ ਡਰਾਮੇ 'ਚੋਂ ਮੁੰਡਾ ਕੱਢ ਕੇ ਮੈਨੂੰ ਦਿੱਤਾ। ਉਹ ਮੁੰਡਾ ਅੱਗੇ ਹੋਰ ਆਰਟਿਸਟਾਂ ਨੂੰ ਲਿਆਉਂਦਾ ਰਿਹਾ, ਹੋਰ ਲਿਆਉਂਦਾ ਰਿਹਾ, ਜਿਹਦੇ ਵਿੱਚ ਇਹ ਉਸ ਲੜੀ ਦੇ ਵਿੱਚ ਇਹ ਜਿੱਤੀ ਆਇਆ। ਤੇ ਉਸ ਤੋਂ ਬਾਅਦ ਫਿਰ ਇਹਨੇ ਇਹ ਜਿਵੇਂ ਕਹਿੰਦੇ ਨੇ ਵੀ ਅੱਗੇ ਇਹ ਮਾਂ ਬਣ ਗਈ, ਇਹ ਆਰਟਿਸਟ ਜੋ ਇਹਨਾਂ ਦੀ ਬਦੌਲਤ ਜਿਹੜਾ ਇਹਨਾਂ ਨੇ ਕੰਮ ਕਰ ਲੈਣਾ ਉਹ ਅੱਜ ਤੱਕ ਨਾ ਹੀ ਕੋਈ ਕਰ ਸਕਿਆ ਤੇ ਨਾ ਹੀ ਕਿਸੇ ਨੇ ਕਰ ਸਕਣਾ। ਕਹਿੰਦੇ ਨੇ ਬੂਟਾ ਅਸੀਂ ਲਾ ਦਿੰਦੇ ਆ, ਉਹਦੇ ਫਲ ਪੱਕਦੇ, ਕਿਸੇ ਨੇ ਖਾਣਾ, ਕਿਸੇ ਨੇ ਰਹਿ ਜਾਣਾ ਆ। ਠੀਕ ਆ ਜੀ, ਇਹ ਤਾਂ ਕਿਸਮਤ ਦੇ ਸੌਦੇ ਆ। ਇਹਨਾਂ ਨੇ ਮੈਨੂੰ ਜੋੜਿਆ। ਜਿਵੇਂ ਕਹਿੰਦੇ ਨੇ ਵੀ ਨੂਰ ਆਰਟਿਸਟਾਂ ਨਾਲ, ਆਰਟਿਸਟ ਨੂਰ ਨਾਲ ਨੇ। ਕਿਉਂਕਿ ਮੈਂ ਜੇ ਇਕੱਲਾ ਖਾੜੇ ਦੇ ਵਿੱਚ ਕੰਮ ਕਰਦਾ, ਜੇ ਪਿੱਛੋਂ 10 ਬੰਦੇ ਆਵਾਜ਼ ਚੱਕਣ ਵਾਲੇ, ਤਾੜੀ ਚੱਕਣ ਵਾਲੇ ਨਹੀਂ ਹੁੰਦੇ ਤਾਂ ਨੂਰ ਨਹੀਂ ਹੁੰਦਾ। ਕਿਉਂਕਿ ਨੂਰ ਹੈ, ਜੇ ਮੈਨੂੰ ਨੂਰ ਚੜ੍ਹਦਾ ਤਾਂ ਇਹ ਮੇਰੇ ਆਰਟਿਸਟ ਹੈ। ਇਸ ਵਕਤ ਮੇਰੇ ਕੋਲ 2 ਆਰਟਿਸਟ ਬੈਠੇ ਨੇ ਤੇ ਬਾਕੀ ਆਰਟਿਸਟ ਭਾਵੇਂ ਆਪਣੇ ਘਰਾਂ 'ਚ ਨੇ। ਅੱਜ ਅਸੀਂ ਫ੍ਰੀ ਸੀਗੇ, ਕੱਲ ਤੋਂ ਫਿਰ ਸਾਡੇ ਰੈਗੂਲਰ ਫੰਕਸ਼ਨ ਸ਼ੁਰੂ ਹੋ ਜਾਣੇ ਨੇ। ਤੇ ਅੱਜ ਮੇਰਾ ਕੱਲ ਦਾ ਮਨ ਕੀਤਾ, ਮੈਂ ਕਿਹਾ ਵੀ ਜ਼ਰੂਰ ਅਸੀਂ ਜਾਣਾ, ਹਾਸਾ ਤਮਾਸ਼ਾ ਵੀ ਕਰਦੇ ਆ, ਨਾਲੇ ਮਨ ਦੀਆਂ ਗੱਲਾਂ ਵੀ ਹੁੰਦੀਆਂ ਨੇ। ਇੱਕ ਜਜ਼ਬਾ ਕਿ ਕਿੱਥੋਂ ਉੱਠ ਕੇ ਕਿੱਧਰ ਨੂੰ ਜਾਣਾ ਹੈ, ਇਹ ਮੈਨੂੰ ਇੰਨਾ ਸਤਿਕਾਰ ਦਿੰਦੇ ਨੇ, ਹਨਾ। ਤੇ ਉਸੇ ਤਰ੍ਹਾਂ ਮੇਰਾ ਵੀ ਫਰਜ਼ ਬਣਦਾ ਹੈ ਔਰ ਮੈਂ ਵੀ ਇਹਨਾਂ ਨੂੰ ਉਨਾ ਹੀ ਸਤਿਕਾਰ ਦਿੰਦਾ ਹਰ ਆਰਟਿਸਟ ਜਿਹੜਾ ਮੇਰੇ ਨਾਲ ਜੁਆਇਨ ਕਰਦਾ। ਬਾਕੀ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਹਰੇਕ ਨੂੰ ਸਾਡਾ ਜਿਹੜਾ ਮੇਰੇ ਵਾਲਾ ਡਿਸਪਲਿਨ ਹੈ, ਅਕਸਰ ਤੁਸੀਂ ਵੀਡੀਓਜ਼ ਦੇ ਵਿੱਚ ਦੇਖਦੇ ਹੋਵੋਗੇ ਕਿ ਮੈਂ ਬੜਾ ਸਟਰਨ ਆ, ਮੈਂ ਘੂਰਦਾ ਆਰਟਿਸਟਾਂ ਨੂੰ। ਬਹੁਤ ਸਾਰੇ ਲੋਕ ਤਾਂ ਇਹ ਕਮੈਂਟ ਕਰਦੇ ਨੇ ਕਿ ਇਹ ਆਪਣੇ ਆਰਟਿਸਟਾਂ ਨੂੰ ਘੂਰਦਾ, ਫਲਾਣਾ ਕਰਦਾ, ਢਮਕਾਣਾ ਕਰਦਾ। ਜਿਹੜਾ ਮੇਰੀ ਘੂਰ ਮੰਨ ਗਿਆ, ਡਿਸਪਲਿਨ 'ਚ ਰਹਿ ਗਿਆ, ਉਹ ਕੰਮ ਕਰ ਗਿਆ, ਉਹ ਤੇ ਮੇਰਾ ਸਤਿਕਾਰ ਕਰਦੇ ਨੇ। ਹਾਸੇ, ਰੋਸੇ, ਝਮਲਾਹਟ, ਖੁਸ਼ੀਆਂ, ਗਮੀਆਂ ਸਾਡੀਆਂ ਸਾਰੀਆਂ ਸਾਂਝੀਆਂ ਨੇ। ਕਿਤੇ ਲੰਬੇ ਟੂਰ ਤੇ ਜਾਣਾ ਹੈ, ਹਾਸੇ ਤਮਾਸ਼ੇ ਨਾਲ ਲੰਬੇ ਟੂਰ ਹੁੰਦੇ ਨੇ। ਤੇ ਜ਼ਿੰਦਗੀ ਨੂੰ ਜੇ ਹੱਸ ਖੇਡ ਕੇ ਹਾਸੇ ਤਮਾਸ਼ਿਆਂ ਨਾਲ ਕੱਢੋਗੇ ਤੇ ਮੇਰਾ ਖਿਆਲ ਹੈ ਕਿ ਜ਼ਿੰਦਗੀ ਵਧੀਆ ਲੰਘਦੀ ਹੈ, ਹਨਾ। ਹੁਣ ਕਈ ਵਾਰੀ ਤਾਂ ਇਹ ਵੀ ਹੁੰਦਾ ਕਿ ਮੈਂ ਇੰਨਾ ਘੂਰ ਦਿੰਦਾ ਕਿ ਮੈਨੂੰ ਪਛਤਾਵਾ ਹੁੰਦਾ ਵੀ ਯਾਰ ਮੈਂ ਆਰਟਿਸਟ ਨੂੰ ਘੂਰਤਾ। ਪਰ ਇਹ ਮੇਰੇ ਆਰਟਿਸਟ ਇੰਨੇ ਵਧੀਆ ਨੇ ਕਿ ਮੈਨੂੰ ਫੀਲ ਨਹੀਂ ਹੋਣ ਦਿੱਤੇ ਵੀ ਤਾਂ ਗੁਰੂ ਤਾਂ ਸਾਨੂੰ ਘੂਰਤਾ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਕਿਸੇ ਵਜ੍ਹਾ ਕਰਕੇ ਘੂਰਿਆ ਹੈ ਤੇ ਇਸ ਘੂਰ ਨੇ ਸਾਨੂੰ ਕਿਸੇ ਮੁਕਾਮ ਤੇ ਲੈ ਕੇ ਗਈ ਹੈ ਤੇ ਸਾਨੂੰ ਕਿਸੇ ਮੁਕਾਮ ਤੇ ਲੈ ਕੇ ਜਾਊ। ਕੰਮ 'ਚ ਮੈਨੂੰ ਦਿੱਕਤਾਂ ਆਈਆਂ, ਪਰ ਮੈਂ ਇੱਕੋ ਡੋਰ ਇੱਥੇ ਰੱਖੀ ਤੇ ਇੱਕੋ ਡੋਰ ਉੱਤੇ ਰੱਖੀ। ਮੈਂ ਕਿਹਾ ਜੋ ਮਾਲਕਾ ਕਰਨਾ ਤੈਂ ਹੀ ਕਰਨਾ। ਹੁਣ ਜੇ ਮੈਨੂੰ ਰੱਖ ਲੂੰਗਾ ਤਾਂ ਵੀ ਤੇਰੇ ਵੱਸ ਵਾ, ਨਾ ਰੱਖ ਲੂੰਗਾ ਜੋ ਕਰੂੰਗਾ ਮੈਨੂੰ ਮਨਜ਼ੂਰ ਹੋਗਾ। ਬਸ ਇੱਕ ਗੱਲ ਆ, ਇਹੀ ਦਿਲੀ ਤਮੰਨਾ ਹੁੰਦੀ ਆ ਕਿ ਮਾਲਕਾ ਜੇ ਮੈਨੂੰ ਦੁੱਖ ਦਿੱਤੇ ਉਹਨਾਂ ਨੂੰ ਸਹਿਣ ਦੀ, ਉਹਨਾਂ ਨੂੰ ਹੱਲ ਕਰਨ ਦੀ ਸ਼ਕਤੀ ਦੇ, ਪਰ ਜੇ ਮੈਨੂੰ ਡਾਮਾ ਡੋਲ ਨਾ ਹੋਣ ਲਈ। ਪਰਮਾਤਮਾ ਨੇ ਦੇਣਾ ਮੈਂ ਇਹਨਾਂ ਦੇ ਨਾਲ ਜੋੜਿਆ ਆਇਆ, ਕਦੇ ਵੀ ਡਾਮਾ ਡੋਲ ਨਹੀਂ ਹੋਇਆ, ਡਾਮਾ ਡਾਲ ਹੋਇਆ ਨਹੀਂ, ਡਰਿਆ ਨਹੀਂ। ਮਾਲਕ ਦੀ ਦਇਆ ਨਾਲ ਕੰਮ ਕਰੀ ਗਿਆ, ਕਰੀ ਜਾਣਾ ਆ। ਦੇਖੋ ਜੇ ਇਹ ਨਾ ਵੀ ਕੰਮ ਕਰਨ, ਸਰਕਾਰੀ ਜੋਬ ਕਰਦੇ ਤਾਂ ਵੀ ਨਜ਼ਰਦਾ ਆ। ਮੈਂ ਤਾਂ ਦਿਨ ਰਾਤ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਇਹਨਾਂ ਦੀ ਬਦੌਲਤ ਅਸੀਂ ਆਪਣੇ ਬੱਚੇ ਪਾਲਦੇ ਹਾਂ। ਠੀਕ ਆ ਜੀ। ਇੱਕ ਐਸਾ ਇਹ ਇਨਸਾਨ ਆ ਜਿਨ੍ਹਾਂ ਦੇ ਨਾਲ ਅਸੀਂ 25-30 ਫੈਮਲੀਆਂ ਰੋਟੀ ਖਾਂਦੇ ਆ। ਜਿਵੇਂ ਕਿ ਸਾਡੇ ਡਰਾਈਵਰ ਹੋ ਗਏ, ਆਰਟਿਸਟ ਕਲਾਕਾਰ ਹੋ ਗਏ। ਤਕੜਾ ਤਾਂ ਹਰ ਕੋਈ ਘਰੋਂ ਹੁੰਦਾ ਆ। ਹੁਣ ਮੈਨੂੰ ਕਹਿੰਦੇ ਆ 100 ਚੋਂ 95% ਲੋਕ ਮੈਨੂੰ ਚੰਗਾ ਸਮਝਦੇ ਆ, ਕਿਉਂਕਿ ਮੈਂ ਇਸ ਪਿੰਡ ਵਿੱਚ ਵਿਚਰਦਾ ਆ, ਆਉਣਾ ਜਾਂਦਾ ਆ। ਮੇਰੇ ਕੋਲ ਮੁੰਡੇ ਆਉਂਦੇ ਆ, ਜਾਂਦੇ ਆ, ਅਸੀਂ ਘਰੋਂ ਤਿਆਰ ਹੋ ਕੇ ਜਾਂਦੇ ਆ। ਮੇਰੀਆਂ ਆਂਢ ਗੁਆਂਢੀਆਂ ਬੁੜੀਆਂ ਖੜੀਆਂ ਹੁੰਦੀਆਂ, ਤੁਸੀਂ ਇੰਨਾ ਸੋਹਣਾ ਮੇਕਅਪ ਕਿਉਂ ਕਰਦੇ ਆ, ਕਿੱਥੋਂ ਕਰ ਲੈਂਦੇ, ਕਿੱਦਾਂ ਕਰ ਲੈਂਦੇ, ਇਕੱਲੇ ਕਰਦੇ ਆ ਕਿ ਇੱਕ ਦੂਜੇ ਦਾ ਕਰਦੇ। ਮੈਂ ਕਿਹਾ ਨਹੀਂ, ਅਸੀਂ ਇਕੱਲੇ ਕਰਕੇ ਜਾਂਦੇ ਆ, ਇੱਕ ਦੂਜੇ ਦਾ ਨਹੀਂ। ਔਰ ਡਰੈਸ ਜਿਹੜੀ ਸਾਡੀ ਲੋਕਾਂ ਪੰਜਾਬੀ ਇੰਨੀ ਵਧੀਆ ਆ, ਉਹਨਾਂ ਨੂੰ ਹਰ ਕੋਈ ਪਸੰਦ ਕਰਦਾ ਆ। ਸਾਨੂੰ ਦੇਖ ਕੇ ਹਰ ਇੱਕ ਦੇ ਚਿਹਰੇ ਤੇ ਸਮਾਈਲ ਆ ਜਾਂਦੀ ਆ। ਇੰਨਾ ਅਗਲੇ ਨੂੰ ਅਸੀਂ ਇੰਪ੍ਰੈਸ਼ਨ ਕਰਦੇ ਹਾਂ। ਤੇ ਇਹਨਾਂ ਦੀ ਬਦੌਲਤ ਇਹ ਹੈ ਕਿ ਇਹਨਾਂ ਨੇ ਸਾਨੂੰ ਇੱਦਾਂ ਦੇ ਮਕਾਮ, ਇੱਦਾਂ ਦੀਆਂ ਜਗ੍ਹਾ ਦਿਖਾਈਆਂ ਜਿਹੜੀ ਕਿ ਅਸੀਂ ਜ਼ਿੰਦਗੀ 'ਚ ਸੋਚੀਆਂ ਵੀ ਨਹੀਂ ਸੀ ਵੀ ਅਸੀਂ ਦੇਖ ਸਕਾਂਗੇ। ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਦੇ ਨਾਲ ਮੈਂ ਤਾਂ ਚਾਹੁੰਦਾ ਵੀ ਜ਼ਿੰਦਗੀ ਰਹੀ, ਜਿੰਨਾ ਚਿਰ ਜ਼ਿੰਦਗੀ ਰਵੇ ਇਹਨਾਂ ਦੇ ਨਾਲ ਹੀ ਰਵੇ, ਰਲ ਕੇ ਚੱਲੀਏ, ਹਮੇਸ਼ਾ ਚੱਲਦੇ ਰਹੀਏ। ਅਸੀਂ ਦੋਤਿਆਂ ਪੋਤਿਆਂ ਵਾਲੀ ਹੋ ਜਾਈਏ, ਪਰ ਇਹ ਨਾ ਬਿਲਕੁਲ ਇਹ ਵੀ ਚੱਲਦਾ ਰਹੂਗਾ, ਹਨਾ। ਤੇ ਅੱਜ ਅਸੀਂ ਜੀਤੀ ਦੇ ਘਰ ਆਏ, ਇਹਨਾਂ ਨੇ ਆਪਣੇ ਮਨ ਦੀਆਂ ਗੱਲਾਂ, ਅੱਜ ਇਹਨੂੰ ਤਾਂ ਇਹ ਲੱਗੀ ਹੈ ਕਹਿੰਦਾ ਵੀ ਅੱਜ ਮੈਨੂੰ ਇੰਨਾ ਚਾਅ ਚੜਿਆ ਹੋਇਆ ਵੀ ਜਿਵੇਂ ਕਿਸੇ ਨੇ ਮੈਨੂੰ ਵਿਆਹਣ ਆਉਣਾ ਹੁੰਦਾ, ਹਨਾ। ਮੈਨੂੰ ਤਾਂ ਆਪ ਕੁਝ ਸਮਝ ਨਹੀਂ ਆਉਂਦੀ ਸੀ ਮੈਂ ਕੀ ਕਰਾਂ ਤੇ ਕਿੱਥੇ ਜਾ। ਮੇਰੇ ਜਾਨ ਕਿ ਜ਼ਮੀਨ ਤੇ ਪੈਰ ਨਹੀਂ ਸੀ ਲੱਗਦੇ, ਕਿਉਂਕਿ ਘਰ ਤਾਂ ਇਹ ਕਈ ਵਾਰ ਆਏ, ਮੇਰੇ ਇਸ ਘਰ ਪਹਿਲੀ ਵਾਰ ਆਏ ਆ। ਤੇ ਇੱਕ ਅਸੀਂ ਇਸ ਜ਼ਰੂਰੀ ਨਹੀਂ ਕਿ ਇਹ ਬਲੌਕ ਆ। ਮੈਨੂੰ ਇੰਨੀ ਖੁਸ਼ੀ ਸੀ ਕਿ ਮੇਰਾ ਮਾਪਾ, ਇੱਕ ਮੇਰਾ ਮਾਪਾ ਉਹ ਆ, ਦੂਸਰਾ ਮੇਰਾ ਮਾਪਾ ਇਹ ਆ।
ਮੈਨੂੰ ਦਿਲੋਂ ਤਨੋਂ ਮਨੋਂ ਆਪਣਾ ਸਾਰਾ ਕੁਝ ਮੰਨਦਾ ਆ, ਹਮੇਸ਼ਾ ਮੰਨਦਾ ਰਵਾਂਗਾ। ਕਿਸੇ ਦੇ ਦਿਲ 'ਚ ਵਿੱਚ ਕੁਛ ਆ ਜੇ ਕੋਈ ਬੰਦਾ ਕਹਿ ਨਹੀਂ ਸਕਦਾ, ਬਲਕਿ ਮਾਂ ਪਿਓ ਨੂੰ ਹਮੇਸ਼ਾ ਹਰ ਕੋਈ ਕਹਿੰਦਾ ਹੁਣ ਇਹ ਮੇਰੇ ਬੱਚੇ ਆ, ਇਹਨਾਂ ਨੂੰ ਮੈਂ ਚੰਗੀ ਸਿੱਖਿਆ ਦਊਂਗਾ, ਇਹਨਾਂ ਨੂੰ ਲੱਗੂਗੀ ਤਾਂ ਮੰਦੀ ਕਿ ਮੇਰਾ ਪਿਓ ਮੈਨੂੰ ਕਹਿੰਦਾ ਆ, ਪਰ ਹਮੇਸ਼ਾ ਇਹ ਸਹੀ ਕਹਿੰਦੇ ਹੁੰਦੇ ਆ। ਇਨਸਾਨ ਗਲਤੀਆਂ ਦਾ ਪੁਤਲਾ, ਇਨਸਾਨ ਗਲਤੀਆਂ ਕਰਕੇ ਹੀ ਵੱਡਾ ਹੋਇਆ ਤੋਂ ਆ। ਮੇਰੇ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਨੇ, ਇਹਦੇ ਕੋਲ ਵੀ ਦੇਖੋ ਜੇ ਹੁਣ ਅਸੀਂ- ਬਾਜੀ ਵਾਲੇ ਮੈਂ ਵੀ ਬੱਚਿਆਂ ਨੂੰ ਮਾਰ ਦਿੰਦਾ, ਮੈਂ ਫੀਲ ਕਰ ਦਿੰਦਾ ਹਾਈ ਬੱਚਿਆਂ ਨੂੰ ਕਿਉਂ ਮਾਰਾਂ, ਮੇਰਾ ਅੰਦਰੋਂ ਦਿਲ ਰੋਲ ਪੈਂਦਾ। ਬਿਲਕੁਲ ਪਾਉਂਦੇ ਨੇ। ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਸਾਰਿਆਂ ਦਾ, ਸਾਰੇ ਆਰਟਿਸਟ ਨੇ ਜਿਹੜੇ ਇਸ ਵਕਤ ਮੇਰੇ ਸਾਹਮਣੇ ਪਿੰਡ ਬਣਿਆ ਹੋਇਆ। ਬੇਸ਼ੱਕ ਆਰਟਿਸਟ ਮੇਰੇ ਨਾਲ 2 ਬੈਠੇ ਨੇ, ਸੱਜਾ ਖੱਬਾ, ਪਰ ਮੈਨੂੰ ਵੀ ਇਸ ਟਾਈਮ ਦਿਲ ਲੱਗਦਾ ਸਾਰੇ ਅਸੀਂ ਖੜੇ ਆ ਵੀ ਅਸੀਂ ਸਾਡਾ ਨਹੀਂ ਲੱਗਦਾ ਕਿ ਕਿਸੇ ਕਦੇ ਬੈਠੇ ਆ। ਮੈਨੂੰ ਵੀ ਇਸ ਟਾਈਮ ਲੱਗਦਾ ਵੀ ਅਸੀਂ ਗੱਲਾਂ ਆਪਸ ਵਿੱਚ ਦੋ ਕਰਦੇ ਆ, ਬਾਕੀ ਵੀ ਪ੍ਰੋਗਰਾਮ ਸਟਾਰਟ ਹੈ, ਅਸੀਂ ਕੋਈ ਪਲੈਨਿੰਗ ਕਰ ਲਈਏ ਅੱਜ ਅਸੀਂ ਕੀ ਕਰਨਾ ਆ, ਅੱਜ ਅਸੀਂ ਕੀ ਸਿਸਟਮ ਕਰਨਾ ਆ। ਬਿਲਕੁਲ ਅੱਜ ਇਹ ਹੈ ਕਿਉਂਕਿ ਅਸੀਂ ਅਕਸਰ ਕਰਦੇ ਆ ਤੇ ਉੱਥੇ ਕਈ ਗੱਲਾਂ ਮੈਂ ਜੀਤੀ ਨੂੰ ਸਮਝਾਉਣੀਆਂ ਹੁੰਦੀਆਂ ਤਾਂ ਇਹਨੂੰ ਇਹ ਸੰਬੋਧਨ ਹੋਣਾ, ਇਹਨੂੰ ਸਮਝਾਉਣੀਆਂ ਨੇ ਜਾਂ ਉਹ ਤੀਜੇ ਨੂੰ ਸਮਝਾਉਣੀਆਂ, ਚੌਥੇ ਨੂੰ ਸਮਝਾਉਣੀਆਂ, ਪਰ ਸੁਣ ਸਾਰੇ ਰਹੇ ਹੁੰਦੇ ਨੇ। ਜਿਸ ਤਰ੍ਹਾਂ ਵੀ ਧੀਏ ਕੰਮ ਕਰਨ ਨੂੰ ਇਹ ਕੰਨ ਕਰ, ਹਨਾ, ਸਮਝਾਉਣਾ, ਸਿਖਾਉਣਾ, ਢੋਲਕ ਵਾਲੇ ਮੁੰਡੇ ਦੇ ਨਾਲ ਤਾਲ ਰਲਾਉਣਾ, ਬੋਲ ਰਲਾਉਣਾ, ਬੜਾ ਕੁਝ ਹੁੰਦਾ ਹੈ। ਔਰ ਜਿਹੜਾ ਸਾਡਾ ਆਪਸ ਚ ਮਨਾਂ ਦਾ ਬੋਲ ਜਾਂ ਮਨਾਂ ਦਾ ਸਾਡਾ ਬੋਲ ਰਲ ਗਿਆ, ਉਹ ਸਭ ਤੋਂ ਵੱਡੀ ਚੀਜ਼ ਹੈ। ਹਾਂ, ਕਿਤੇ ਇਹ ਵੀ ਮੇਰੇ ਨਾਲ ਗੁੱਸੇ ਹੋ ਗਿਆ ਹੋਣਾ, ਮੈਂ ਮਨਾ ਲਿਆ, ਕਿਤੇ ਮੈਂ ਗੁੱਸੇ ਹੋ ਗਿਆ, ਇਹਨੇ ਮਨਾ ਲਿਆ। ਇਹ ਚੱਲਦੇ ਨੇ। ਜਿੱਥੇ ਗੁੱਸਾ ਤੇ ਮਨ ਮਨੌਤੀਆਂ ਨਹੀਂ ਹੁੰਦੀਆਂ, ਮੇਰਾ ਖਿਆਲ ਉੱਥੇ ਪਿਆਰ। ਇਹਨਾਂ ਨੇ ਮੈਨੂੰ ਰਾਤੀ ਫੋਨ ਕਰਤਾ, ਮੈਂ ਕਿਹਾ ਯੂਰ ਮੋਸਟ ਵੈਲਕਮ, ਪਰ ਮੈਨੂੰ ਸੋਚਿਆ ਨਹੀਂ ਜਾਂ ਕੀ ਕਹਾਂ ਕੀ ਨਹੀਂ। ਪਹਿਲਾਂ ਤਾਂ ਮੈਨੂੰ ਹਿਚਕੜੀ ਜਿਹੀ ਆ ਗਈ ਵੀ ਕਰਾਂ ਕੀ ਕਰਾਂ। ਮੈਂ ਕਿਹਾ ਜੋ ਹੋਗਾ ਮਾਲਕ ਨੂੰ ਆਪੇ ਕਿਉਂਕਿ ਮਨਜ਼ੂਰ ਇਹ ਹੋਊਗਾ। ਕੁਦਰਤੀ ਹੁੰਦਾ ਹੁੰਦਾ। ਦੇਖੋ ਵਲੌਗ ਦਾ ਕੱਲ ਮੈਨੂੰ ਕਿਸੇ ਦਾ ਫੋਨ ਆ ਗਿਆ, ਕੋਈ ਪੁੱਤਰ ਜੀ ਉਹਨਾਂ ਖੋਲ ਦੋ, ਤੂੰ ਕਹਿੰਦਾ ਆ ਜਾਓ ਰੇ, ਫੋਨ ਫੜਾ ਦੋ ਉਹਨਾਂ ਨੂੰ, ਹਨਾ, ਦੇ ਦੋ। ਬੋਲਣਾ ਵਿੱਚ ਤੇ ਕਿਸੇ ਨਾ ਕੁੜੀ ਦਾ, ਬੀਬੀ ਦਾ ਮੈਨੂੰ ਫੋਨ ਆਇਆ ਆਸਟ੍ਰੇਲੀਆ ਤੋਂ। ਇੱਧਰ ਆਓ। ਇਹ ਮੇਰੇ ਉਹ ਬੜਾ ਬੜੀ ਕਾਚਾ ਬਾਚਾ ਇਹ ਹੋਣ ਦੇ ਵੀ ਹੋਏ ਜਾਂਦੀ ਆ। ਦੇਖ ਲੈ। ਤਦ ਮੈਂ ਜਾਂਦੇ ਪਤਾ ਚੱਲ ਮੇਰੇ ਦਿਮਾਗ ਦੇ ਵਿੱਚ ਇੱਕਦਮ ਆਇਆ, ਮੈਂ ਕਿਹਾ ਵੀ ਵਲੌਗ ਵਾਲਾ ਜਿਹੜਾ ਸਾਡਾ ਸਿਸਟਮ ਹੈ ਉਹ ਬਿਜ਼ੀ ਹੋਣ ਕਰਕੇ ਬੰਦ ਹੋ ਗਿਆ। ਉਹਨੇ ਮੈਨੂੰ ਸਾਰੇ ਦੱਸਿਆ ਵੀ ਫਲਾਣਾ ਆਰਟਿਸਟ ਐਕਣਾ, ਕਿਉਂਕਿ ਮੈਂ ਵਾਹਿਗੁਰੂ ਦਾ ਸ਼ੁਕਰ ਅਦਾ ਕਰਦਾ ਕਿ ਜੋ ਵੀਰ ਭੈਣ ਸਾਨੂੰ ਦੇਖਦੇ ਨੇ ਬੜੀ ਨੀਝ ਨਾਲ ਦੇਖਦੇ ਨੇ, ਔਰ ਸਾਡੇ ਅੱਡੀ ਤੋਂ ਲੈ ਕੇ ਚੋਟੀ ਤੱਕ ਸਾਡੀ ਹਰ ਐਕਟੀਵਿਟੀ, ਹੱਥਾਂ ਦੇ ਇਸ਼ਾਰੇ। ਤੇ ਉਹਨਾਂ ਨੇ ਮੈਨੂੰ ਸਪੈਸ਼ਲ, ਕੁੜੀ ਨੇ ਮੈਨੂੰ ਸਪੈਸ਼ਲ ਕਿਹਾ ਕਿ ਤੁਸੀਂ ਬਾਕੀ ਆਰਟਿਸਟਾਂ ਦੇ ਵੀ ਵਲੌਗਸ ਬਣਾਓ। ਤੇ ਮੇਰੇ ਇੱਕਦਮ ਯਾਦ ਆਇਆ ਕਿ ਕੱਲ ਦੀ ਤਾਂ ਮੈਨੂੰ ਛੁੱਟੀ ਹੈ। ਮੈਂ ਸਾਡੇ ਕੈਮਰਾਗ੍ਰਾਫਰ ਨੂੰ ਫੋਨ ਕੀਤਾ, ਨਾਲ ਦੀ ਨਾਲ ਮੈਂ ਬਿੰਦਰ ਨੂੰ ਫੋਨ ਕੀਤਾ, ਉਹਨੇ ਫੋਨ ਨਹੀਂ ਚੱਕਿਆ। ਲਾਡੀ ਨੇ ਆਉਣਾ ਹੀ ਸੀ, ਫਿਰ ਮੈਂ ਨਾਲ ਦੀ ਨਾਲ ਇਹਨੂੰ ਫੋਨ ਕੀਤਾ, ਮੈਂ ਕਿਹਾ ਵੀ ਜੀਤੀ ਅਸੀਂ ਤੇਰੇ ਕੋਲ ਆ ਰਹੇ ਹਾਂ। ਤੇ ਇਹ ਕਹਿੰਦਾ ਜੀ ਮੋਸਟ ਵੈਲਕਮ। ਤੇ ਅੱਜ ਅਸੀਂ ਹੌਲੀ ਹੌਲੀ ਤੁਰੇ ਰਸਤੇ ਦੇ ਵਿੱਚ ਜੋ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਸੀ ਉਹਦੇ ਨਾਲ ਮਿਲਦੇ ਰਹੇ। ਤੇ ਸ਼ੁਕਰ ਕਰਦੇ ਹਾਂ ਕਿ ਇਹ ਜਿਹੇ ਵੀਰ, ਇਹ ਜਿਹੇ ਆਰਟਿਸਟ ਮੇਰੇ ਨਾਲ ਨੇ, ਤੇ ਜਿਨ੍ਹਾਂ ਨੂੰ ਮੇਰੇ ਤੇ ਮਾਣ ਹੈ ਤੇ ਮੈਨੂੰ ਇਹਨਾਂ ਤੇ ਮਾਣ ਹੈ। ਅਸੀਂ ਮਿਲਦੇ ਰਹਾਂਗੇ, ਵਲੌਗ ਤਾਂ ਹੋਰ ਵੀ ਬਣਦੇ ਰਹਿਣਗੇ। ਇਹ ਸਿੰਪਲ ਡਰੈਸ ਦੇਖੋ, ਕਈ ਵਾਰੀ ਮੈਂ ਇਹਨਾਂ ਦੀ ਚੂੜੀ ਵੀ ਪੱਟ ਦਿੰਦਾ ਹੁੰਦਾ ਹੈ ਨਾ, ਤੇ ਕਿਉਂਕਿ ਕਈ ਵਾਰੀ ਹਾਸੇ ਖੇਡ ਜਦੋਂ ਅਸੀਂ ਜਾਂਦੇ ਆ ਪਰਫਾਰਮੈਂਸ ਤੇ, ਤਾਂ ਇਸੇ ਰੂਪ 'ਚ ਜਾਂਦੇ ਆ। ਜੇ ਲੰਬਾ ਸਫ਼ਰ ਆ, ਫਰਜ਼ ਕਰੋ ਦਿੱਲੀ ਫੰਕਸ਼ਨ ਕਰਨਾ, ਤਾਂ ਅਸੀਂ ਨੇੜੇ ਜਾ ਕੇ ਤਿਆਰ ਹੁੰਦੇ ਆ, ਤਾਂ ਰਸਤੇ 'ਚ ਹੱਸਦੇ ਖੇਡਦੇ, ਫਿਰ ਇਹਨਾਂ ਦੇ ਵਾਲ ਇਹ ਹੱਥ 'ਚ ਆਉਂਦੇ ਹੁੰਦੇ ਨੇ, ਮੇਰੇ ਵਿੱਚ ਚੂੜੀਆਂ ਪੱਟ ਹੋ ਜਾਂਦੀਆਂ ਨੇ। ਤੇ ਸ਼ੁਕਰ ਹੈ ਵਾਹਿਗੁਰੂ ਦਾ ਕਿ ਅਸੀਂ ਸਾਰੇ ਮੇਰੇ ਚਾਹਣ ਵਾਲੇ, ਸਾਨੂੰ ਚਾਹਣ ਵਾਲੇ, ਜ਼ਿੰਦਾਬਾਦ ਰਹੋ, ਖੁਸ਼ ਰਹੋ, ਹਮੇਸ਼ਾ ਸ਼ਾਦੋ ਆਬਾਦ ਰਹੋ। ਤੇ ਮੇਰੇ ਵੱਲੋਂ ਤੇ ਮੇਰੀ ਇਹ ਟੀਮ ਦੇ 2 ਮੈਂਬਰ ਨਹੀਂ, ਇਸ ਵਕਤ ਮੇਰੀ ਸਾਰੀ ਟੀਮ ਇੱਥੇ, ਨੂਰ ਲੋਕ ਰੰਗ, ਨੂਰ ਆਰਟ, ਇੱਥੇ ਸਾਰਾ ਹਾਜ਼ਰ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰੇ ਆਰਟਿਸਟਾਂ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ। ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰਾ ਇਹ ਚੈਨਲ ਲੋਕ ਰੰਗ ਨੂਰ ਆਰਟ, ਇਹ ਜੀਤੀ ਸਾਡੀ ਜੀਤੋ, ਹੈ ਨਾ, ਵਿੱਚ ਨੂੰ ਅਸੀਂ ਕਈ ਕੁਝ ਹੋਰ ਵੀ ਕਹਿ ਦਿੰਦੇ ਪਰ ਉਹ ਇੱਥੇ ਦੱਸਾਂਗੇ। ਠੀਕ ਹੈ ਜੀ, ਸ਼ੁਕਰੀਆ ਤੁਹਾਡਾ ਤੇ ਸ਼ੁਕਰੀਆ ਜੀਤੀ ਦਾ। ਜਿਉਂਦੇ ਰਹੋ ਬੱਚਿਓ ਸਾਰੇ। ਇਹ ਲਾਡੀ ਹੈ ਤੇ ਮਾਤਾ ਜੀ ਬੈਠੇ ਨੇ, ਠੀਕ ਹੈ ਜੀ। ਤੇ ਭਰਜਾਈ ਸਾਡੀ ਅੰਦਰ ਲੁਕ ਗਈ, ਉਹ ਸੰਗਦੀ ਹੈ। ਚਲੋ ਫੇਰ ਕਦੇ ਸਪੈਸ਼ਲ ਭਰਜਾਈ ਦਾ ਵਲੌਗ ਬਣਾਵਾਂਗੇ। ਆ ਜਾਓ ਜੀ, ਇੱਕ ਵਾਰੀ ਆ ਜਾਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਮੈਨੂੰ ਲੱਗਦਾ ਹੁਣ ਸਵੇਰ ਦੇ ਪੁੱਛੀ ਜਾਂਦੇ ਤੇ ਕਿ ਨਮਕੀਨ ਚੌਲ ਬਣਾਈਏ ਕਿ ਕੀ ਕਰੀਏ, ਮੈਂ ਕਿਹਾ ਵੀ ਕੁਛ ਨਹੀਂ ਬਣਾਉਣ ਦੀ ਲੋੜ, ਇੰਨਾ ਖਾ ਕੇ ਅਸੀਂ ਕਿੱਥੇ ਜਾਣਾ, ਮੈਂ ਤਾਂ ਮੋਟਾ ਹੋ ਜੂ, ਫਿਰ ਨੱਚ ਨਹੀਂ ਹੋਣਾ ਮੇਰੇ ਤੋਂ। ਭਰਜਾਈ ਦਾ ਵੀ ਧੰਨਵਾਦ, ਜੀਤੀ ਦਾ ਵੀ, ਬੱਚਿਆਂ ਦਾ ਜ਼ਿਆਦਾ ਧੰਨਵਾਦ ਹੈ ਨਾ, ਰੌਲਾ ਰੱਪਾ ਪਾਉਣ ਦਾ ਜਾਮ ਆ। ਹੁਣ ਮੈਨੂੰ ਪਤਾ ਲੱਗ ਗਿਆ ਹੈ ਨਾ, ਮੈਂ ਵਧੀਆ ਸੀ ਗੱਲਾਂ ਹੀ ਆ ਛੜਾ, ਪਰ ਮੇਰੇ ਕਤੂਰੇ ਬਹੁਤ ਨੇ।
ਠੀਕ ਹੈ ਜੀ, ਸ਼ੁਕਰੀਆ ਜੀ, ਧੰਨਵਾਦ ਸਾਰਿਆਂ ਦਾ। ਥੈਂਕ ਯੂ। ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਮੇਰੇ ਦਰਸ਼ਕ, ਸਾਡੇ ਦਰਸ਼ਕ ਚਾਹਣ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਹਾਂ। ਸਾਨੂੰ ਪਿਆਰ ਦੇਣ ਵਾਲੇ, ਮੇਰੇ ਚਾਹਣ ਵਾਲੇ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਦੇ ਬੱਚੇ ਰਾਜੀ ਖੁਸ਼ੀ ਰਹਿਣ, ਮਾਲਕ ਸਭ ਨੂੰ ਬਹੁਤਾ ਬਹੁਤਾ ਦੇਵੇ। ਖੁਸ਼ ਰਹੋ, ਆਬਾਦ ਰਹੋ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਧੰਨਵਾਦ ਇਹਨਾਂ ਦਾ ਜਿਹਨੇ ਵਿਚਾਰਿਆਂ ਨਾਲ ਚੰਗੀ ਕਰਨੀ। ਚਲੋ ਸ਼ਾਬਾਸ਼, ਚਲੋ ਇਹ ਜੀਤੀ ਦੇ ਬੱਚੇ ਨੇ ਜੀ, ਦੇਖੋ ਸਾਈਕਲਾਂ ਲੈ ਕੇ ਦਿੱਤੀਆਂ ਸਾਰਿਆਂ ਨੂੰ ਵੀ, ਨਿਆਣੇ ਰੁੱਸ ਗਏ ਤੇ ਭਾਈ ਮਸਾ ਮਨਾਏ ਨੇ ਵੀ ਗੇੜੇ ਕੱਢੋ ਤੁਸੀਂ, ਹੈ ਨਾ। ਚਲੋ 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 ਚਲੋ, ਸ਼ਾਬਾਸ਼ ਸ਼ਾਬਾਸ਼, ਵੈਰੀ ਗੁੱਡ। ਹਾਂਜੀ, ਸਤਿ ਸ਼੍ਰੀ ਅਕਾਲ। ਜੀ ਜੀ ਹਾਂਜੀ ਹਾਂਜੀ ਮੈਂ ਠੀਕ ਹਾਂ ਜੀ। ਕਿਵੇਂ ਹੁਣ ਦੇਖਣਾ ਸਹੀ ਬਿਲਕੁਲ देखो जी, वो ऐसे क्या नहीं मालूम पड़ेगा, ऐसे बताओ कहाँ पे और कब बुलाना है, कहाँ पे और कब। एलिगेंस है कहाँ पे भाई, वो बताओ।